वाहिगुरू। कबीर मेरी सिमरनी रसना ऊपर राम। आद जुगादी सगल भगत ताको सुख विश्राम।
ਅਟਕਤ ਜਨਮ ਰੋ ਮਰਨ ਮੈਂ ਸੁਖ ਤੇ ਨਿਤ ਖਾਲੀ ਗੁਰੂ ਕਰੇ ਸੰਗਤ ਸਹਿਤ ਚਿਰਕਾਲ ਉਡੀਕੈ ਘੋੜਸ ਤਤਨ ਦੇ ਧਰਤ ਰਹਿ ਸੋਨਿਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਸਤ ਸੰਗਤ ਦਾ ਇਹ ਮਹਾਨ ਸਮਾਗਮ, ਇਹ ਘੜੀਆਂ ਸਾਨੂੰ ਬਖਸ਼ਿਸ਼ ਕੀਤੀਆਂ। ਮਹਾਰਾਜ ਬਖਸ਼ਿਸ਼ ਕਰਦੇ ਜਿਸ ਭਗਤ ਸਾਹਿਬਾਨ ਦਾ ਆਪਾਂ ਅੱਜ ਜਨਮ ਦਿਹਾੜਾ ਮਨਾ ਰਹੇ ਹਾਂ, ਉਹਨਾਂ ਭਗਤਾਂ ਦੀ ਰਸਨਾ ਤੋਂ ਵਚਨ ਇਹ ਹੈ, ਕਬੀਰ ਏਕ ਘਰੀ ਆਦਿ ਘਰੀ ਆਦਿ ਹੁੰਦੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਹਾ। ਸਾਹਿਬ ਕਬੀਰ ਸਾਹਿਬ ਜੀ ਕਹਿ ਲਗੇ ਇਹ ਮਨੁੱਖ ਸਤ ਸੰਗਤ ਕਰਨੀ ਬੜੀ ਜ਼ਰੂਰੀ ਹੈ। ਜਦੋਂ ਸਾਡੇ ਵਰਗਿਆਂ ਦੇ ਸਾਹਮਣੇ ਬਚਨ ਹੁੰਦਾ, ਸਾਡਾ ਸਵਾਲ ਇਹ ਹੈ ਵੀ ਸਤ ਸੰਗਤ ਕਿੰਨਾ ਸਮਾਂ ਕਰੀਏ। ਤੇ ਭਗਤ ਜੀ ਬਚਨ ਕਰਦੇ ਕਬੀਰ ਏਕ ਘੜੀ, ਬਹੁਤਾ ਸਮਾਂ ਨਹੀਂ ਤੇ ਇੱਕ ਘੜੀ ਦਾ ਸਮਾਂ ਕੱਢ ਕੇ ਆਪਣੀ ਜ਼ਿੰਦਗੀ ਦਾ ਤੇ ਤੂੰ ਸਤ ਸੰਗਤ ਕਰਿਆ ਕਰ। ਸਾਡਾ ਸਵਾਲ ਇਹ ਹੈ ਵੀ ਭੱਜ ਨੱਠ ਵਾਲੀ ਜ਼ਿੰਦਗੀ ਹੈ, ਇਹ ਘੜੀ ਕੱਢਣੀ ਬੜੀ ਔਖੀ ਹੈ। ਅੱਧੇ ਘੰਟੇ ਦਾ ਸਮਾਂ 24-25 ਮਿੰਟ ਦਾ ਸਮਾਂ ਕੱਢਣਾ ਔਖਾ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਭਾਵਨਾ ਦੇ ਨਾਲ ਆਧੀ ਘੜੀ, ਜੇ ਅੱਧੀ ਘੜੀ ਵੀ ਸੰਗਤ ਵਿੱਚ ਬਤੀਤ ਕਰ ਲਵੇ ਉਹਦਾ ਹੀ ਲਾਭ ਤੈਨੂੰ ਮਿਲੇ। ਅੱਗੇ ਬਚਨ ਕਰਦੇ ਆਧੀ ਹੁੰਦੇ ਆਦ, ਅੱਧੀ ਘੜੀ ਤੋਂ ਵੀ ਜੇ ਅੱਧਾ ਸਮਾਂ ਤੂੰ ਮੰਨ ਲਓ ਕਿ 12-15 ਮਿੰਟ ਵਾਸਤੇ ਸੰਗਤ ਵਿੱਚ ਬੈਠਦਾ, 10 ਮਿੰਟ ਵਾਸਤੇ ਵੀ ਸੰਗਤ ਵਿੱਚ ਬੈਠਦਾ ਹੈ। ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਹਾ, ਇਹਦਾ ਲਾਭ ਜ਼ਰੂਰ ਮਿਲੇਗਾ। ਇੱਕ ਸਾਖੀ ਆਪਾਂ ਇਤਿਹਾਸ ਵਿੱਚ ਸਰਵਣ ਕਰਦੇ ਹਾਂ। ਇੱਕ ਰਾਜੇ ਨੇ ਚੰਦਨ ਦਾ ਬਾਗ ਦਿੱਤਾ ਨਾ ਕਿਸੇ ਲੱਕੜਹਾਰੇ, ਲੱਕੜਹਾਰਾ ਆਪਣੇ ਵਰਗਾ, ਜਿਵੇਂ ਆਪਾਂ ਨੂੰ ਨਹੀਂ ਨਾ ਪਤਾ ਵੀ ਸਾਡੇ ਸਵਾਸਾਂ ਦਾ ਮੁੱਲ ਕੀ ਹੈ, ਲੱਕੜਹਾਰੇ ਨੂੰ ਵੀ ਨਹੀਂ ਪਤਾ ਵੀ ਚੰਦਨ ਦਾ ਮੁੱਲ ਕੀ ਹੁੰਦਾ। ਲੱਕੜਾਂ ਵੱਢੀਆਂ, ਅੱਗ ਵਿੱਚ ਸਾੜੀਆਂ, ਕੋਇਲੇ ਬਣਾਏ, ਕੋਇਲੇ ਬਣਾ ਕੇ ਬਾਜ਼ਾਰ ਵਿੱਚ ਵੇਚੇ। 1 ਪੈਸਾ 2 ਪੈਸੇ 4 ਪੈਸੇ ਕੋਇਲਿਆਂ ਦੇ ਮਿਲੇ। ਕਰਦਿਆਂ ਕਰਦਿਆਂ ਗੁਰਮੁਖੋ ਬਾਗ ਹੀ ਖਤਮ ਹੋ ਗਿਆ। ਜਿਸ ਦਿਨ ਸਾਰਾ ਬਾਗ ਖਤਮ ਹੋ ਗਿਆ ਨਾ, ਦੁਕਾਨਦਾਰ ਦੀ ਦੁਕਾਨ ਤੇ ਜਾ ਕੇ ਬਾਹਰ ਬੈਠ ਗਿਆ ਉਦਾਸ ਹੋ ਕੇ, ਹੁਣ ਪੈਸਾ ਕਿਵੇਂ ਕਮਾਵਾਂਗਾ। ਮੋਢੇ ਤੇ ਕੁਹਾੜਾ ਰੱਖਿਆ ਤੇ ਕੁਹਾੜੇ ਦੀ ਲੱਕੜ ਜਿਹੜੀ ਉਹ ਚੰਦਨ ਦੀ ਹੈ ਕਿ ਉਸ ਦੁਕਾਨਦਾਰ ਨੂੰ ਮਹਿਕ ਖੁਸ਼ਬੂ ਆ ਗਈ ਚੰਦਨ ਦੀ ਵੀ, ਤੇ ਚੰਦਨ ਦਾ ਦਸਤਾ ਪਾਈ ਬੈਠਾ। ਦੁਕਾਨਦਾਰ ਕਹਿਣ ਲੱਗਾ ਬਾਕੀ ਗੱਲਾਂ ਛੱਡ, ਆ ਕੁਹਾੜੇ ਦੇ ਦਸਤੇ ਦੇ ਮੂੰਹ ਮੰਗੇ ਪੈਸੇ ਲੈ, ਕਿੰਨੇ ਚਾਹੀਦੇ, ਜਿੰਨੇ ਮੰਗਦਾ ਮੈਂ ਉਹਨੇ ਦੇ ਦੇ। ਲੱਕੜਹਾਰੇ ਨੇ ਪੁੱਛਿਆ ਵੀ ਕੀ ਖਾਸੀਅਤ ਹੈ? ਕਹਿਣ ਲੱਗਾ ਵੀ ਇਹ ਚੰਦਨ ਦੀ ਲੱਕੜ ਬਹੁਤੀ ਮਹਿੰਗੀ ਹੈ, ਇਹਦਾ ਮੁੱਲ ਬਹੁਤਾ ਹੁੰਦਾ। ਜਦੋਂ ਬਚਨ ਸੁਣਿਆ ਤੇ ਲੱਕੜਹਾਰਾ ਰੋਣ ਲੱਗ ਪਿਆ। ਦੁਕਾਨਦਾਰ ਕਹਿੰਦਾ ਰੋਂਦਾ ਕਿਉਂ ਹੈ? ਕਹਿਣ ਲੱਗਾ ਜੇ ਮੈਨੂੰ ਪਤਾ ਹੁੰਦਾ ਵੀ ਇਸ ਲੱਕੜ ਦਾ ਇੰਨਾ ਮੁੱਲ ਹੈ, ਇੱਕ ਲੱਕੜ ਦੇ ਦਸਤੇ ਦਾ 2-2.5 ਫੁੱਟ ਦੇ ਡੰਡੇ ਦਾ ਤੂੰ ਮੈਨੂੰ ਮੂੰਹ ਮੰਗੇ ਪੈਸੇ ਦੇ ਰਿਹਾ, ਮੇਰੇ ਕੋਲ ਤੇ ਬਾਗ ਸੀਗਾ, ਮੈਂ ਤੇ ਸਾਰਾ ਸਾੜ ਬੈਠਾ। ਸਤਿਗੁਰੂ ਕਹਿਣ ਲੱਗੇ ਉਹ ਬੰਦਿਆ, ਤੈਨੂੰ ਪਰਮਾਤਮਾ ਨੇ ਬਾਗ ਕੀ ਦਿੱਤਾ ਹੈ ਜਿਹਦੇ ਤੈਨੂੰ ਸਵਾਸ ਹੁੰਦੇ ਨੇ, ਇਹ ਬਾਗ ਹੈ ਚੰਦਨ ਦਾ। ਤੇ ਅਸੀਂ ਇਹਨਾਂ ਸਵਾਸਾਂ ਨੂੰ ਬਾਹਰ ਕੰਮਾਂ ਦੇ ਵਿੱਚ ਲਾ ਕੇ, ਧੰਦਿਆਂ ਵਿੱਚ ਲਾ ਕੇ, ਕਲੇਸ਼ ਵਿੱਚ ਲਾ ਕੇ, ਲੜਾਈ ਵਿੱਚ ਲਾ ਕੇ, ਇੱਧਰ ਉੱਧਰ ਦੇ ਕੰਮਾਂ ਵਿੱਚ ਲਾ ਕੇ ਇਹਨਾਂ ਸਵਾਸਾਂ ਨੂੰ ਬਤੀਤ ਕਰੀ ਜਾਂਦੇ, ਸਾੜੀ ਜਾਂਦੇ ਆ, ਖਰਾਬ ਕਰੀ ਜਾਂਦੇ ਹਾਂ। ਪਰ ਜਿਹੜੇ ਥੋੜੇ ਬਹੁਤੇ ਸਵਾਸ ਅਸੀਂ ਸੰਗਤ ਵਿੱਚ ਬੈਠ ਕੇ ਬਾਣੀ ਸੁਣਦੇ ਆ, ਬਾਣੀ ਪੜ੍ਹਦੇ
ਪੜ੍ਹਦਿਆਂ, ਕਥਾ ਸੁਣਦਿਆਂ, ਕੀਰਤਨ ਸੁਣਦਿਆਂ ਬਤੀਤ ਕੀਤੇ ਹੋ ਗਏ ਤੇ ਜਦੋਂ ਉਹਨਾਂ ਸਵਾਸਾਂ ਦਾ ਮੁੱਲ ਪਵੇਗਾ ਨਾ ਰੱਬ ਦੀ ਦਰਗਾਹ ਦੇ, ਫਿਰ ਸਾਡੇ ਕੋਲੋਂ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿ ਜਾਵੇਗਾ। ਪਰ ਉਸ ਵੇਲੇ ਪਛਤਾਵਾ ਕੋਲ ਹੋਵੇਗਾ, ਬਾਗ ਕੋਲ ਨਹੀਂ। ਲੱਕੜਾ ਪਛਤਾਉਂਦਾ ਪਿਆ ਪਰ ਚੱਕਰ ਦਾ ਬਾਗ ਕੋਈ ਨਹੀਂ। ਪਛਤਾਵਾਂਗੇ ਅਸੀਂ, ਪਰ ਉਸ ਵੇਲੇ ਸਵਾਸਾਂ ਦੀ ਪੂੰਜੀ ਸਾਡੇ ਕੋਲ ਨਹੀਂ ਹੋਵੇਗੀ। ਕਬੀਰ ਸਾਹਿਬ ਜੀ ਨੇ ਠੋਕਰ ਮਾਰ ਕੇ ਆਖਿਆ, ਕਹਿਣ ਲੱਗੇ ਬੰਦਿਆ ਤੈਨੂੰ ਬਚਨ ਸਮਝਾ ਦਈਏ, ਏਕ ਘਰੀ ਆਦੀ ਘਰੀ ਆਦੀ ਹੁੰਦੇ ਥੋੜੇ ਤੋਂ ਥੋੜਾ, ਥੋੜੇ ਤੋਂ ਥੋੜਾ ਸਮਾਂ ਸੰਗਤ ਵਿੱਚ ਜ਼ਰੂਰ ਬਤੀਤ ਕਰ। ਅਗਰ ਕਾਜ ਤੇਰਾ ਕਿਤੇ ਨਾ ਕਾਮ ਫਿਰ ਸਾਧ ਸੰਗਤ ਪਾਲੋ ਕੇਵਲ ਨਾਮ ਜਪ ਬਾਣੀ ਪੜ੍ਹੇ ਨਾ ਸਵਾਸਾਂ ਦਾ ਬੋਧ ਪਵੇ। ਗੁਰੂ ਕੋ ਬਚਨ ਇਹ ਹੈ, ਇਹ ਗੱਲ ਉਹ ਕਹਿੰਦਾ ਹੈ ਜਿਹਨੂੰ ਸਵਾਸਾਂ ਦੀ ਕੀਮਤ ਦਾ ਪਤਾ ਲੱਗਾ, ਜਿਹਨੂੰ ਪਤਾ ਹੀ ਨਹੀਂ ਹੈ ਕੋਈ ਬਚਨ ਨਹੀਂ ਕਰੇਗਾ। ਇਹ ਬਚਨ ਦਾ ਪਤਾ ਲੱਗਾ ਕਬੀਰ ਸਾਹਿਬ ਵਰਗੇ ਬ੍ਰਹਮ ਗਿਆਨੀ ਮਹਾਤਮਾ ਵਿਦਵਾਨਾਂ ਨੇ ਲਿਖਿਆ ਕਿ ਕਬੀਰ ਸਾਹਿਬ ਜੀ ਦਾ ਜਿਹੜਾ ਜਨਮ ਹੈ ਨਾ 1398 ਨੂੰ ਹੋਇਆ। ਤੇ ਵਿਦਵਾਨਾਂ ਦੀ ਇਹ ਰਹਿ ਹੈ ਕਿ ਬ੍ਰਾਹਮਣਾਂ ਦੇ ਘਰ ਵਿੱਚ ਭਗਤ ਕਬੀਰ ਸਾਹਿਬ ਜੀ ਪੈਦਾ ਹੋਏ ਤੇ ਬਾਅਦ ਵਿੱਚ ਭਗਤ ਕਬੀਰ ਜੀ ਇੱਕ ਮੁਸਲਮਾਨ ਪਰਿਵਾਰ ਹੈ, ਕੱਪੜੇ ਧੋਣ ਵਾਲਾ, ਉਹਨਾਂ ਨੂੰ ਪ੍ਰਾਪਤ ਹੋਏ ਤੇ ਉਹਨਾਂ ਨੇ ਕਬੀਰ ਸਾਹਿਬ ਜੀ ਨੂੰ ਪਾਲਿਆ। ਤੇ ਪਿਤਾ ਦਾ ਨਾਮ ਜਿਹੜਾ ਹੈ ਵਿਦਵਾਨਾਂ ਨੇ ਇਸ ਤਰ੍ਹਾਂ ਲਿਖਿਆ ਹੈ ਵੀ ਉਹਨਾਂ ਦਾ ਨੀਰੂ ਅਲੀ ਨਾਮ ਹੈ। ਭਗਤ ਕਬੀਰ ਸਾਹਿਬ ਜੀ ਦੇ ਜਿਹੜੇ ਪਿਤਾ ਬਣੇ ਨਾ, ਜਿਨ੍ਹਾਂ ਨੇ ਪਾਲਿਆ, ਪਾਲਣ ਵਾਲੇ ਦਾ ਨਾਮ ਨੀਰੂ ਅਲੀ ਹੈ। ਤੇ ਜਿਹੜੀ ਮਾਂ ਬਣੀ ਉਹਦਾ ਨਾਮ ਵਿਦਵਾਨਾਂ ਨੇ ਨੀਮਾ ਲਿਖਿਆ। ਨੀਮਾ ਜੀ ਮਾਤਾ ਜੀ ਦਾ ਨਾਮ ਹੈ, ਨੀਰੂ ਅਲੀ ਪਿਤਾ ਜੀ ਦਾ ਨਾਮ ਹੈ। ਕਬੀਰ ਸਾਹਿਬ ਜੀਆਂ ਨੂੰ ਪਾਲਣ ਵਾਲੇ, ਆਪਣੇ ਘਰ ਦੇ ਵਿੱਚ ਰੱਖਣ ਵਾਲੇ ਉਹ। ਪਰ ਜਦੋਂ ਥੋੜੀ ਜਿਹੀ ਸਰੀਰ ਦੀ ਸੰਭਾਲ ਹੋਈ ਨਾ, ਪਤਾ ਲੱਗ ਗਿਆ, ਸੋਝੀ ਆ ਗਈ, ਇਹ ਵੀ ਇੱਕ ਪਰਮਾਤਮਾ ਦੀ ਦੇਣ ਹੈ। ਕਈ ਵਾਰੀ ਸਾਡੀ ਸਾਰੀ ਉਮਰ ਲੰਘ ਜਾਂਦੀ ਹੈ, ਸਾਨੂੰ ਸੋਝੀ ਨਹੀਂ ਆਉਂਦੀ, ਗਿਆਨ ਨਹੀਂ ਆਉਂਦਾ। ਜੇ ਪਰਮਾਤਮਾ ਚਾਹੇ ਤੇ ਕਈ ਵਾਰੀ ਛੋਟੀ ਉਮਰ ਦੇ ਵਿੱਚ ਹੀ ਗਿਆਨ ਆ ਜਾਂਦਾ, ਸੋਝੀ ਆ ਜਾਂਦੀ ਹੈ। ਛੋਟੀ ਉਮਰਾਂ ਦੇ ਵਿੱਚ ਸਾਨੂੰ ਤੇ ਸਮਝ ਪੈ ਗਈ ਵੀ ਨਾਮ ਜਪਣਾ ਚਾਹੀਦਾ। ਪਰ ਗੁਰੂ ਕੋ ਨਾਮ ਜਪਣ ਵਾਸਤੇ ਗੁਰੂ ਬਣਾਉਣਾ ਜ਼ਰੂਰੀ ਹੈ। ਗੁਰੂ ਤੋਂ ਬਿਨਾਂ ਨਾਮ ਜਪਾਂਗੇ ਉਹਦਾ ਫਲ ਉਹਨਾਂ ਚਿਰ ਨਹੀਂ ਮਿਲਣਾ ਜਿੰਨਾ ਚਿਰ ਗੁਰੂ ਨਹੀਂ ਧਾਰਨ ਕਰਦਾ। ਤੁਸੀਂ ਕਾਪੀ ਦੇ ਉੱਪਰ ਜਿੰਨੀਆਂ ਮਰਜ਼ੀ ਸਿਫਰਾਂ ਲਿਖਦੇ ਹੋ, ਜੀਰੋਆਂ ਕਾਪੀ ਦੇ ਉੱਪਰ ਜਿੰਨੀਆਂ ਮਰਜ਼ੀ ਪਾ ਦਿਓ, ਜੀਰੋ ਦਾ ਕੋਈ ਮੁੱਲ ਨਹੀਂ ਹੈ। ਪਰ ਜਦੋਂ ਉਹਨਾਂ ਜੀਰੋ ਦੇ ਅੱਗੇ ਏਕਾ ਲਿਖਦੇ ਹੋਏ ਨਾ, ਫਿਰ ਉਹ ਜੀਰੋ ਦਾ ਮੁੱਲ ਪੈ ਜਾਏਗਾ। ਜਿਹੜਾ ਗੁਰੂ ਧਾਰਨ ਕਰਨਾ ਨਾ, ਇਹ ਏਕਾ ਹੋਣਾ, ਗੁਰੂ ਦੇ ਕੋਲੋਂ ਉਪਦੇਸ਼ ਲੈਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਬੀਰ ਸਾਹਿਬ ਜੀਆਂ ਨੂੰ ਸਮਝ ਪਈ ਵੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਉਸ ਵੇਲੇ ਇਲਾਕੇ ਦੇ ਵਿੱਚ, ਕਾਸ਼ੀ ਦੇ ਵਿੱਚ ਬਹੁਤ ਵੱਡੇ ਮਹਾਤਮਾ ਨੇ, ਨਾਮ ਹੈ ਰਾਮਾਨੰਦ। ਪਰ ਗੁਰੂ ਕੋ ਰਾਮਾਨੰਦ ਨੂੰ ਇਲਾਕੇ ਦੇ ਜਾਂ ਉਸ ਰਿਆਸਤ ਦੇ ਰਾਜੇ ਨੇ ਆਖਿਆ ਤੁਸੀਂ ਨਾਮ ਐਵੇਂ ਨਹੀਂ ਜਿਹਨੂੰ ਮਰਜ਼ੀ ਦੇਈ ਜਾਂਦੇ ਹੋ, ਭਗਤ ਬਣਾਈ ਜਾਂਦੇ ਹੋ, ਐਵੇਂ ਨਾ ਨਾਮ ਲਿਆ। ਰਾਜੇ ਦੀ ਮਨਸ਼ਾ ਇਹ ਹੈ ਕਿ ਉੱਚੀ ਕੁੱਲ ਵਾਲਿਆਂ ਨੂੰ ਨਾਮ ਮਿਲੇ ਤੇ ਉਹ ਨਾਮ ਜਪਣ, ਜਿਹੜਾ ਕੋਈ ਨੀਵੀਂ ਕੁੱਲ ਵਾਲਾ ਉਹ ਨਾਮ ਨਾ ਜਪੇ। ਤੇ ਭਗਤ ਕਬੀਰ ਸਾਹਿਬ ਜੀਆਂ ਨੇ ਨਵੀਂ ਜੁਗਤੀ ਲੱਭ ਲਈ ਵੀ ਨਾਮ ਕਿਵੇਂ ਲੈਣਾ ਹੈ। ਇੱਕ ਦਿਨ ਪਤਾ ਲਾਇਆ ਕਿ ਰਾਮਾਨੰਦ ਜੀ ਸਵੇਰੇ ਉੱਠਦੇ ਨੇ, ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਜਾਂਦੇ। ਜਿਹੜੇ ਰਸਤੇ ਤੋਂ ਇਸ਼ਨਾਨ ਕਰਨ ਜਾਂਦੇ, ਉੱਥੇ ਜਾ ਕੇ ਜਾਣ ਬੁੱਝ ਕੇ ਲੰਮੇ ਪੈ ਗਏ ਕੱਪੜਾ ਲੈ ਕੇ। ਜਦੋਂ ਲੰਘੇ ਨਾ ਭਾਈ ਭਗਤ ਰਾਮਾਨੰਦ ਜੀ, ਉੱਥੋਂ ਤੋਂ ਉਹਨਾਂ ਦੇ ਪੈਰ ਦੀ ਠੋਕਰ ਲੱਗੀ ਕਬੀਰ ਸਾਹਿਬ ਜੀ ਦੇ ਨਾਲ। ਤੇ ਉਹਨਾਂ ਦੇ ਸੁਭਾਅ ਤੋਂ ਬਚਨ ਨਿਕਲ ਗਿਆ, ਕਹਿਣ ਲੱਗੇ ਰਾਮ ਦੇ ਪਿਆਰੇ, ਰਾਮ ਦਾ ਨਾਮ ਲੈ, ਐ ਰਾਮ ਕੇ ਰਾਮ ਕਹਿ। ਭਾਵੇਂ ਸੀ ਵੀ ਅੰਮ੍ਰਿਤ ਵੇਲਾ ਹੈ, ਰੱਬ ਦੇ ਬੰਦਿਆ ਰੱਬ ਦਾ ਨਾਮ ਲੈ ਅੰਮ੍ਰਿਤ ਵੇਲੇ।
जो रामानंद जी के मुखों वचन निकलिया भी राम के राम कह, उठ के बैठ गए। उदों तो फिर राम राम का ऐसा जाप जपया, ऐसा जाप जपया, राम के नाम को कदे भुलाया, कदे नहीं विसारिया। इतिहास में एक साखी आती है कि कबीर साहब ने घर का काम करना छड्ड दिता, खड्डी बुनते ना कपड़ा बुनते ते छड्ड दिता। मां ने आके आख्या पुत्र जे काम नहीं करेगा तो गुजारा किवें चलेगा। आपां गरीब लोग आ, 10 नौवां दी किरत करते ते फिर कोई पैसा 2 पैसे आउंदे ते फिर भोजन प्रशादा छकीदा, काम छड्ड के बैठांगे ते किवें सरेगा। वीर साहब जी कह लगे भी मैं काम करना नहीं। मां ने पूछा क्यों? ते जेड़ा गुरु का उपदेश लिया सी ना भी राम के राम को, उस वचन को चेते करके आख्या। कह लगे मां जब लग तागा बाहो देही तब लग विसरै राम सदेही। जदों मैं गलती में फूक मारना ना, मुंह के ਵਿੱਚ फूक भरदा है, भावें कि 2-4 सेकंड लगते होंगे, 5-10 सेकंड लग जाते होंगे, पर जिन्ना चिर मेरे मुंह के ਵਿੱਚ फूक भरी रहती है उन्ना चिर मैनूं राम भुल जांदा। मैं उन्ना समा भी राम नहीं भुलना चाहुंदा। ते जेड़े काम नूं करके राम भुल जावे ते फिर वो काम ही नहीं करना है। तां मैं काम छड्डिया कि राम का नाम नहीं मैं छड्ड सकदा, काम करना छड्ड सकदा। रामानंद ने बार-बार नहीं आख्या, कबीर साहब ने भी अज भी आख्या कबीर जी नाम जपो, कल भी आख्या नाम जपो, परसों भी आख्या नाम जपो, 5, 10, 20 साल आख्या नाम जपो। नहीं, एक बार आख्या राम के राम को। उस भगत ने ਇਹੋ ਜਿਹਾ भजन अपने खट के नाल बता भी वो भजन कदे भुलाया नहीं। आख्या काम छड्डना मंजूर है, राम छड्डना मंजूर नहीं है। ते बानी उन्हां दी दर्द है। सानू ते रोज अमृत वेले भी मुकवार प्राप्त होता है, शाम वेले भी प्राप्त होता है। असीं ते कंधां दे उपर भी मुकवार लिखे ने, बोर्ड ते भी लिखिया होया है, साडे मोबाइल दे विच भी गुरबाणी भरी हुई है, पर असीं राम के नाम नूं कहंदे, ਅਸੀਂ ਰਾਮ नहीं कहते। सानू गुरु रोज आखदा, ਅਸੀਂ रोज कहण के बावजूद भी नहीं जपिया। भगत की कैसी कमाई है जिन्हों एक बार आख्या राम को, उन्हें ਇਹੋ ਜਿਹਾ भजन ते पहरा दिता भी उसको कदे भुलाया नहीं। महाराज कह लगे प्रमाण वो हुंदा जिन सतगुर की आज्ञा सत सत करना। गुरु की आज्ञा सी ना भी राम के राम को, उस वचन को फिर मनिया, मन के फिर इन्नी कमाई की, कदे छड्डिया नहीं। कमाई करदियां करदियां अवस्था अगे तो अगे बढ़ती गई। ज्ञान को प्राप्त होंदे गए, ऐसा ज्ञान प्राप्त होया जिहड़ा किसे नूं नहीं होया। एक दिन कबीर साहब ने विहड़े दे विच आके रोक लाया, विहड़े विच रोक ला दिता। अपनी घरवाली पत्नी को नाम है लोई, बीबी लोई, लोई को आख्या, कह लगे भी वो पानी पाया कर लो। रुख लाउणा चंगा हुंदा, रुख तो सानू फल मिलदे, फुल मिलदे, छां मिलदी है ते गुड़मुली दात आक्सीजन मिलदी है। रब ना करे कि डॉक्टर दे वस पैना पवे, 2-4 घंटे की आक्सीजन का हज़ारां लाखां विच बिल बनदा। रुख विचारे फ्री दिंदे पए, पर फ्री रुख भी आपां साड़ी जांदे आ, कटी जांदे आ, कटी जांदे आ। कोई गल्ला ही घर होवेगा जिन्हां दे दरवाजे ते रुख लगा, वढ़दे ते कई वेखे पर लौंदा कोई वेख्या नहीं। रुख साडी जिंदगी ने, कह लईए भी साडे फेफड़े ने, साडे वास्ते काम करदे पए, पर साडे कोल उन्हां दी संभाल नहीं हो रही। असीं संभाल दे नहीं, साड़ दे जरूर। कबीर साहब ने रुख लाया अपने घर दे विच, अपनी सुपत्नी नूं कह लगे कि तूं पानी पाया करो, ते रुख ला लिया निम दा। मैं दातन करदा हाँ, दातन लैण वास्ते बाहर जाना पैंदा, घरे निम दा रुख होवेगा, इत्थों मैं दातन तोड़ के कर लिया करा, नाले छां लवांगे, नाले इहदी हवा जिहड़ी ओह चंगी हुंदी है घर वास्ते। वचन मंनिया बीबी लोई ने बड़ी आज्ञाकार है, आज्ञा मनदी, वचन मनदी कबीर साहब जी दा।
ਬਣਦੀ ਹੈ ਤੇ ਤਾਂ ਹੀ ਉਹ ਪ੍ਰਵਾਨ ਹੈ। ਬੀਬੀ ਲੋਈ ਨੇ ਜਦੋਂ ਪਾਣੀ ਪੀਂਦੇ ਨਾ ਖੂਹ ਦੇ ਵਿੱਚੋਂ ਭਰਿਆ ਇੱਕ ਵੱਡਾ ਡੋਣਾ ਪਾਣੀ ਦਾ ਬਾਲਟੀ ਭਰੀ ਲਿਆ ਕੇ ਉਸ ਪੌਦੇ ਨੂੰ ਪਾਈ ਹੈ। ਕਬੀਰ ਸਾਹਿਬ ਜੀ ਨੇ ਦੇਖ ਲਿਆ, ਕਹਿਣ ਲੱਗੇ ਨਹੀਂ ਮੈਨੂੰ ਖੂਹ ਦਾ ਪਾਣੀ ਨਹੀਂ ਪਾਉਣਾ, ਖੂਹ ਦਾ ਪਾਣੀ ਤੇ ਆਪਾਂ ਪੀਂਦੇ। ਤੇ ਬੀਬੀ ਲੋਈ ਨੇ ਪੁੱਛਿਆ, ਕਹਿਣ ਲੱਗੇ ਜੇ ਖੂਹ ਦਾ ਪਾਣੀ ਨਹੀਂ ਪਾਉਣਾ ਤੇ ਫਿਰ ਕਿੱਥੋਂ ਪਾਣੀ ਲਿਆਈਏ? ਕਹਿਣ ਲੱਗੇ ਵੀ ਕਾਸ਼ੀ ਦੇ ਵਿੱਚ ਗੰਗਾ ਵੀ ਤੇ ਚੱਲਦੀ ਪਈ ਹੈ, ਗੰਗਾ ਦਾ ਸਾਫ ਪਵਿੱਤਰ ਪਾਣੀ, ਉਥੋਂ ਪਾਣੀ ਭਰ ਕੇ ਤੇ ਫਿਰ ਉਸ ਰੋਗ ਨੂੰ ਲਿਆ ਕੇ ਪਾਓ। ਸਤ ਵਚਨ ਕਹਿ ਕੇ ਭਜਨ ਮੰਨਿਆ, ਪਾਣੀ ਦੀ ਬਾਲਟੀ ਲੈ ਆਉਂਦੇ, ਥੋੜਾ ਥੋੜਾ ਕਰਕੇ ਪਾਉਂਦੇ, ਪਾਉਂਦਿਆਂ 7-8 ਸਾਲ ਲੰਘ ਗਏ। ਰੋਗ ਵੱਡਾ ਹੋ ਗਿਆ। ਅੱਜ ਮਨ ਵਿੱਚ ਆਇਆ ਵੀ ਰੋਗ ਵੱਡਾ ਹੋ ਗਿਆ, ਹੁਣ ਦਾਤਨ ਘੱਟ ਦੀ ਕਰੀ ਹੈ ਕਿ ਬਾਹਰੋਂ ਲੈ ਕੇ ਆਈ ਦੀ ਤੋੜ ਕੇ ਅੱਜ ਘਰ ਦੇ ਰੋਗ ਦੀ ਦਾਤਨ ਕਰਾਂਗੇ। ਨਿੰਮ ਦੀ ਦਾਤਨ ਤੋੜੀ ਮੂੰਹ ਦੇ ਵਿੱਚ ਪਾਈ ਅਤੇ ਮੂੰਹ ਦੇ ਵਿੱਚ ਪਾ ਕੇ ਥੋੜੀ ਜਿਹੀ ਚਿੱਟੀ ਅਤੇ ਚਲਾ ਕੇ ਦਾਤਨ ਉਹ ਕਰੇ ਮਾਰ। ਬੀਬੀ ਲੋਈ ਨੇ ਵੇਖ ਲਿਆ, ਕਹਿਣ ਲੱਗੇ ਕਿ ਤੁਸੀਂ ਤੇ ਕਹਿੰਦੇ ਸੀ ਵੀ ਘਰ ਰੋਕ ਲਾਵਾਂਗੇ ਜਾਂ ਦਾਤਨਾ ਹੋਣਗੀਆਂ ਤੇ ਦਾਤਨ ਕਰਿਆ ਕਰਾਂਗੇ। ਜੇ ਅੱਜ ਦਾਤਨ ਮਿਲੀ ਹੈ ਤੇ ਥੋੜਾ ਜਿਹਾ ਮੂੰਹ ਪਾ ਕੇ ਤੇ ਸੁੱਟ ਦਿੱਤਾ ਤੇ ਕਾਰਨ ਕੀ ਹੈ? ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਸੋਚਿਆ ਵੀ ਇਹਨੂੰ ਗੰਗਾ ਦਾ ਜਲ ਪਾਇਆ, ਇਹਨੇ ਆਪਣਾ ਸੁਭਾਅ ਬਦਲਦਾ ਹੋਵੇਗਾ ਕਿ ਕੌੜੀ ਨਿੰਮ ਤੋਂ ਮਿੱਟੀ ਹੋ ਗਈ ਹੋਵੇ। 7-8 ਸਾਲ ਗੰਗਾ ਦਾ ਪਾਣੀ ਪਾਉਣ ਤੋਂ ਮਗਰੋਂ ਇਹਨੇ ਆਪਣਾ ਸੁਭਾਅ ਨਹੀਂ ਛੱਡਿਆ, ਉਸੇ ਤਰ੍ਹਾਂ ਹੀ ਸੁਭਾਅ ਇਹਦਾ ਬਣਿਆ ਹੋਇਆ। ਭਾਵੇਂ ਕਿ ਗੰਗਾ ਦੇ ਪਾਣੀ ਦੇ ਨਾਲ ਪਾਲੀ ਗਈ ਹੈ। ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ, ਬਿਨ ਹਰ ਨਾਮ ਨਾ ਮੁਕਤ ਹੋਏ ਇਉਂ ਕਹਿ ਲਵੇ ਕਬੀਰ। ਗੰਗਾ ਤੇ ਇੱਕ ਡੁੱਗੀ ਲਾ ਕੇ ਆਖੀ ਦਾ ਪਾਪ ਉਤਰ ਗਿਆ। ਕਬੀਰ ਸਾਹਿਬ ਜੀ ਕਹਿੰਦੇ ਇੱਕ ਡੁੱਗੀ ਦੀ ਗੱਲ ਛੱਡ, ਗੰਗਾ ਤੀਰ ਜੋ ਘਰ ਕਰੇ, ਗੰਗਾ ਦੇ ਕਿਨਾਰੇ ਤੇ ਆਪਣਾ ਘਰ ਬਣਾ ਕੇ ਬੈਠ ਜਾ ਤੇ ਪੀਵੇ ਨਿਰਮਲ ਨੀਰ। ਜਿੰਨੀ ਵਾਰੀ ਤੂੰ ਪਾਣੀ ਪੀਣਾ ਗੰਗਾ ਦੇ ਵਿੱਚੋਂ ਬਾਲਟੀ ਭਰ ਕੇ ਪਾਣੀ ਪੀ, ਗੰਗਾ ਦੇ ਪਾਣੀ ਨਾਲ ਇਸ਼ਨਾਨ ਕਰ। ਹਰ ਥਾਂ ਤੇ ਗੰਗਾ ਦਾ ਪਾਣੀ ਵਰਤਿਆ ਹੈ, ਪਰ ਕਹਿਣ ਲੱਗੇ ਬਿਨ ਹਰ ਨਾਮ ਨਾ ਮੁਕਤ ਹੋਏ, ਨਾਮ ਜਪੇ ਤੋਂ ਬਿਨਾਂ ਮੁਕਤੀ ਨਹੀਂ। ਇਉਂ ਕਹਿ ਰਹੇ ਕਬੀਰ। ਕਬੀਰ ਸਾਹਿਬ ਜੀ ਦਾ ਬਚਨ ਹੈ। ਉਹਨਾਂ ਨੇ ਆਖਿਆ, ਉਹਨਾਂ ਦੇ ਗੁਰੂ ਨੇ ਆਖਿਆ ਉਹ ਰਾਮ ਕੇ ਰਾਮ ਕੋ। ਕਬੀਰ ਸਾਹਿਬ ਜੀ ਕਹਿਣ ਲੱਗੇ ਬੰਦਿਆ ਸੁਭਾਅ ਬੰਦੇ ਦਾ ਜਾਂਦਾ ਨਹੀਂ, ਨਿੰਮ ਵਰਗਾ ਸੁਭਾਅ ਬਣਿਆ ਹੀ ਰਹਿੰਦਾ। ਬੈਠਦਾ ਸੰਗਤ ਵਿੱਚ ਜ਼ਰੂਰ ਹੈ, ਜਾਂਦਾ ਹਰਿਦੁਆਰ ਜ਼ਰੂਰ ਹੈ, ਜਾਂਦਾ ਯਾਤਰਾ ਤੇ ਜ਼ਰੂਰ ਹੈ, ਜਾਂਦਾ ਤੀਰਥਾਂ ਤੇ ਜ਼ਰੂਰ ਹੈ, ਲੋਕਾਂ ਨੂੰ ਲੰਗਰ ਵੀ ਛਕਾ ਦਿੰਦਾ ਹੈ, ਸੇਵਾ ਵੀ ਕਰ ਦਿੰਦਾ ਹੈ, ਪਰ ਆਪਣੇ ਸੁਭਾਅ ਨੂੰ ਨਹੀਂ ਛੱਡਦਾ। ਗੁਰੂ ਘਰ ਆਉਂਦਾ ਇੱਥੇ ਤੇ ਜੂੜੇ ਝਾੜਦਾ ਲਿਖਿਆ ਜਾਂਦਾ, ਜੂੜੇ ਝਾੜਦਾ ਪਿਆ ਆਪਣੀ ਚੁੰਨੀ ਦੇ ਨਾਲ, ਆਪਣੇ ਪਰਨੇ ਦੇ ਨਾਲ, ਕੱਪੜੇ ਦੇ ਨਾਲ। ਇੱਥੇ ਆ ਕੇ ਤੇ ਜੂੜੇ ਝਾੜਦਾ ਵੀ ਮੈਂ ਸੇਵਾ ਕਰਦਾ, ਪਰ ਜਦੋਂ ਉਹ ਜੋੜਾ ਕਿਸੇ ਪੈਰਾਂ ਵਿੱਚ ਪੈ ਜਾਂਦਾ ਫਿਰ ਦੇਖਦਾ ਹੈ ਕਿ ਮੇਰਾ ਦੁਸ਼ਮਣ ਹੈ, ਫਿਰ ਉਹਦੇ ਵੱਲ ਕ੍ਰੋਧ ਨਾਲ ਵੇਖਦਾ, ਉਹਦੇ ਨਾਲ ਈਰਖਾ ਨਾਲ ਵੇਖਦਾ, ਉਹਦੇ ਨਾਲ ਵੈਰ ਭਾਵਨਾ ਦੇ ਨਾਲ ਵੇਖਦਾ। 10 ਮਿੰਟ ਪਹਿਲਾਂ ਸੇਵਾ ਕਰਦਾ ਸੀ, 10 ਮਿੰਟਾਂ ਬਾਅਦ ਹੀ ਮਨ ਬਦਲ ਗਿਆ, ਉਸੇ ਤਰ੍ਹਾਂ ਕ੍ਰੋਧ ਆ ਗਿਆ, ਈਰਖਾ ਆ ਗਈ। ਕਬੀਰ ਸਾਹਿਬ ਜੀ ਕਹਿੰਦੇ ਨੇ ਸੁਭਾਅ ਨਹੀਂ ਛੱਡਦਾ, ਜਿੰਨਾ ਚਿਰ ਸੁਭਾਅ ਨਹੀਂ ਬਦਲਦਾ ਉਹਨਾਂ ਚਿਰ ਪ੍ਰਾਪਤੀ ਨਹੀਂ, ਉਹਨਾਂ ਚਿਰ ਪ੍ਰਾਪਤੀ ਨਹੀਂ ਹੋਵੇਗੀ। ਇਹ ਗੁਰਬਾਣੀ ਦੇ ਸ਼ਬਦ ਉਹਨਾਂ ਨੇ ਵੱਖ-ਵੱਖ ਰਾਗਾਂ ਦੇ ਵਿੱਚ ਦਰਜ ਕਰਵਾਏ ਤੇ ਇਹਨਾਂ ਸ਼ਬਦਾਂ ਤੋਂ ਉਹਨਾਂ ਨੇ ਉਪਦੇਸ਼ ਦਿੱਤਾ। ਇਸ ਗੱਲ ਦਾ ਉਪਦੇਸ਼ ਦਿੱਤਾ ਹੈ ਕਿ ਭਾਈ ਪਿਆਰਿਆ ਜਿੰਨਾ ਚਿਰ ਆਪਣਾ ਸੁਭਾਅ ਨਹੀਂ ਨਾ ਬਦਲਦਾ ਉਹਨਾਂ ਚਿਰ ਪ੍ਰਾਪਤੀ ਕੋਈ ਨਹੀਂ ਹੋਵੇਗੀ। ਤੇ ਸੁਭਾਅ ਆਪਣਾ ਬਦਲਿਆ, ਪਰਮਾਤਮਾ ਦੇ ਗੋਰੀਆਂ ਸੁਰ ਦਿੱਤੀਆਂ, ਬੇਫਿਕਰ ਹੋ ਗਿਆ, ਕਦੇ ਫਿਕਰ ਨਹੀਂ ਕੀਤਾ ਜ਼ਿੰਦਗੀ ਦੇ। ਜਦੋਂ ਭਗਤ ਜੀ ਨਾਮ ਜਪਦੇ ਪਏ, ਨਾਮ ਜਪਦਿਆਂ ਜਪਦਿਆਂ ਮਸ਼ਹੂਰੀ ਹੁੰਦੀ ਹੈ, ਲਾਗੇ ਵਿੱਚ ਜਾਣੇ ਗਏ, 2-4 ਪਿੰਡਾਂ ਵਿੱਚ, 10 ਪਿੰਡਾਂ ਵਿੱਚ, ਸ਼ਹਿਰ ਵਿੱਚ ਪਤਾ ਲੱਗ ਗਿਆ, ਜ਼ਿਲ੍ਹੇ ਵਿੱਚ ਪਤਾ ਲੱਗ ਗਿਆ ਕਿ ਇੱਥੇ ਕੋਈ ਰੱਬ ਦਾ ਭਗਤ ਹੈ, ਉਹਨੇ ਤੇ ਬੜੀ ਕਿਰਪਾ ਹੈ। ਦੁਨੀਆ ਦੇ ਲੋਕ ਫਿਰ ਈਰਖਾ ਵੀ ਕਰਦੇ, ਕਿਸੇ ਈਰਖਾਲੂ ਨੇ ਰੌਲਾ ਪਾ ਦਿੱਤਾ ਸ਼ਹਿਰ ਦੇ ਵਿੱਚ ਵੀ ਜਿਸ ਨੂੰ ਦੁਨੀਆ ਭਗਤ ਕਬੀਰ ਕਹਿੰਦੀ ਹੈ ਨਾ, ਉਹਦੇ ਘਰ ਦੇ ਵਿੱਚ ਬੜਾ ਵੱਡਾ ਇੱਕ ਲੰਗਰ ਦਾ ਭੰਡਾਰਾ ਹੈ, ਆਓ ਸਾਰੇ ਲੋਕੋ ਮਿਲ ਕੇ ਆਓ ਆਪਾਂ ਕਬੀਰ ਸਾਹਿਬ ਦੇ ਘਰ ਰੋਟੀ ਖਾਈਏ।
ਈਰਖਾਲੂ ਬੰਦੇ ਨੂੰ ਇਸ ਗੱਲ ਦਾ ਪਤਾ ਵੀ ਭਗਤ ਜੀ ਗਰੀਬ ਨੇ, ਉਹਨਾਂ ਦਾ ਤੇ ਆਪਣਾ ਪ੍ਰਸ਼ਾਦਾ ਪਾਣੀ ਮਸਾਂ ਚੱਲਦਾ, ਕਦੇ ਮਿਲਦਾ ਤੇ ਕਦੇ ਨਹੀਂ ਮਿਲਦਾ। ਮਨ ਵਿੱਚ ਇਹ ਹੈ ਵੀ ਲੋਕ ਇਕੱਠੇ ਹੋ ਕੇ ਆਉਣਗੇ ਪੀਰ ਸਾਹਿਬ ਦੇ ਘਰੇ ਤੇ ਪ੍ਰਸ਼ਾਦਾ ਹੋਣਾ ਨਹੀਂ ਤੇ ਲੋਕ ਬਖੌਰ ਕਰਨਗੇ, ਟਿਕਰਾ ਕਰਨਗੇ, ਮਿਹਣੇ ਮਾਰਨਗੇ, ਗਾਲੀ ਮੰਦਾ ਕਰਨਗੇ, ਮਾੜਾ ਬੋਲਣਗੇ। ਜਿਹੜੀ ਇੰਨੀ ਸ਼ੋਭਾ ਹੁੰਦੀ ਪਈ ਹੈ ਘੱਟ ਜਾਏਗੀ, ਸ਼ੋਭਾ ਨਹੀਂ ਹੋਣੀ ਚਾਹੀਦੀ। ਹੁਣੇ ਆਪਾਂ ਬਚਨ ਸਰਵਣ ਕੀਤਾ ਹੈ ਨਾ, ਸਾਡੇ ਮਨ ਵਿੱਚ ਈਰਖਾ ਦਾ ਸੁਭਾਅ ਬਣਿਆ ਹੈ। ਜੇ ਮੈਂ ਕੁਝ ਨਹੀਂ ਕਰ ਸਕਦਾ ਤੇ ਦੂਜਾ ਕਰਦਾ ਪਿਆ, ਉਹ ਕਿਉਂ ਕਰਦਾ ਪਿਆ? ਦੁਨੀਆ ਦੇ ਲੋਕ ਨੂੰ ਚੰਗਾ ਕਿਉਂ ਕਹਿੰਦੇ? ਸਾਡਾ ਸੁਭਾਅ ਬਣਿਆ ਤੇ ਐਸਾ ਹੀ ਕਾਲੂ ਕੋਈ ਰਹਿੰਦਾ ਕਾਸ਼ੀ ਦੇ ਵਿੱਚ, ਉਹਨੇ ਰੌਲਾ ਪਵਾ ਦਿੱਤਾ ਵੀ ਕਬੀਰ ਸਾਹਿਬ ਦੇ ਘਰੇ ਪਧਾਰਾ, ਭਾਈ ਨਗਰ ਹੋ ਜਾਏ, ਬੜੇ ਭਗਵਾਨ ਬਣ ਗਏ ਤੇ ਆਓ ਸਾਰੇ ਜਿੰਨੇ ਸਾਧੂ ਸੰਤ ਉੱਥੇ ਨੇੜੇ ਬੰਦੇ ਰਹਿੰਦੇ ਨੇ ਸ਼ਹਿਰ ਦੇ ਵਿੱਚ, ਗੰਗਾ ਦੇ ਕਿਨਾਰੇ ਕਈ ਜਥੇ ਜਾਂਦੇ ਸਨ, ਸਾਧੂਆਂ ਦੇ, ਸੰਨਿਆਸੀਆਂ ਦੇ, ਬ੍ਰਹਮਚਾਰੀਆਂ ਦੇ, ਸਾਰਿਆਂ ਨੂੰ ਸੁਨੇਹਾ ਪਹੁੰਚਾ ਦਿੱਤਾ ਵੀ ਕਬੀਰ ਸਾਹਿਬ ਦੇ ਘਰੇ ਲੰਗਰ ਪਹੁੰਚੋ ਸਾਰੇ ਉੱਥੋਂ ਆ। ਉਹ ਜਦੋਂ ਸੁਣਿਆ ਬਦਲ ਕੇ ਕਿਸੇ ਨੇ ਆ ਕੇ ਕਬੀਰ ਸਾਹਿਬ ਨੂੰ ਦੱਸਿਆ, ਕਹਿਣ ਲੱਗੇ ਕਬੀਰ ਜੀ ਤੁਹਾਡੇ ਤੇ ਨਾਮ ਦਾ ਰੌਲਾ ਪੈ ਗਿਆ ਸ਼ਹਿਰ ਦੇ ਵਿੱਚ ਵੀ ਫਲਾਣੇ ਦਿਨ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਵੀ ਕੱਲ ਦੇ ਦਿਨ ਤੁਹਾਡੇ ਘਰੇ ਭੋਜਨ ਪ੍ਰਸ਼ਾਦਾ ਲੰਗਰ ਹੈ ਤੇ ਤੁਸੀਂ ਤੇ ਤਿਆਰੀ ਕੋਈ ਨਹੀਂ ਕੀਤੀ, ਕੋਈ ਚੁੱਲ੍ਹਾ ਨਹੀਂ ਬਣਾਇਆ, ਕੋਈ ਲੋਹ ਨਹੀਂ ਬਣਾਈ, ਕੋਈ ਸੌਦਾ ਸਮਾਨ ਨਹੀਂ ਲਿਆਂਦਾ ਤੇ ਸਾਰੇ ਸ਼ਹਿਰ ਨੂੰ ਤੁਸੀਂ ਸੱਦਾ ਦਿੱਤਾ। ਤੇ ਕਬੀਰ ਸਾਹਿਬ ਨੇ ਉਸਨੂੰ ਪੁੱਛਿਆ, ਕਹਿਣ ਲੱਗੇ ਵੀ ਤੁਸੀਂ ਵਚਨ ਕੀ ਸੁਣਾਇਆ? ਕਹਿਣ ਲੱਗਾ ਜੀ ਮੈਂ ਤੁਹਾਨੂੰ ਇਹ ਵਚਨ ਸੁਣਾਇਆ ਵੀ ਕਬੀਰ ਸਾਹਿਬ ਦੇ ਘਰੇ ਭੰਡਾਰਾ ਹੈ, ਮੈਂ ਤੁਹਾਨੂੰ ਇਹ ਵਚਨ ਆਖਿਆ। ਤੇ ਕਬੀਰ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਕੋਈ ਗੱਲ ਨਹੀਂ, ਜਿਹੜਾ ਕਬੀਰ ਹੋਵੇਗਾ ਉਹ ਭੰਡਾਰਾ ਆਪੇ ਹੀ ਕਰੇਗਾ। ਇੰਨੀ ਗੱਲ ਕਹਿ ਕੇ ਆਪਣੇ ਮੋਢੇ ਤੇ ਰੱਖਿਆ, ਭਗਤਾਂ ਦੇ ਜੰਗਲ ਵਿੱਚ ਚਲੇ ਗਏ, ਜਾ ਕੇ ਸਮਾਧੀ ਲਾ ਲਈ, ਨਾਮ ਜਪਣ ਲੱਗ ਪਏ। ਜਿਹੜਾ ਸ਼ਹਿਰ ਵਿੱਚ ਰੌਲਾ ਪਿਆ ਸੀ ਲੋਕਾਂ ਦੇ ਵਿੱਚ ਵੀ ਕਿ ਕਬੀਰ ਸਾਹਿਬ ਦੇ ਘਰੇ ਭੰਡਾਰਾ, ਲੋਕ ਇਕੱਠੇ ਹੋ ਕੇ ਟੋਲੀਆਂ ਬਣਾ ਕੇ, ਜਥੇ ਬਣਾ ਕੇ 10-10 ਬੰਦੇ, 20-20 ਬੰਦੇ, 50-50 ਬੰਦੇ ਕਬੀਰ ਸਾਹਿਬ ਦੇ ਘਰੇ ਪਹੁੰਚਣੇ ਸ਼ੁਰੂ ਹੋ ਗਏ। ਨਿਕਲੋ ਪਰਮਾਤਮਾ ਨੂੰ, ਕਿਉਂਕਿ ਪਰਮਾਤਮਾ ਦੀ ਡੋਰੀਆਂ ਸਟੀਆਂ ਨਾ, ਤੇ ਕਬੀਰ ਸਾਹਿਬ ਨੇ ਆਖਿਆ ਜਿਹੜਾ ਕਬੀਰ ਹੋਵੇਗਾ ਉਹ ਲੰਗਰ ਕਰੇਗਾ ਤੇ ਕਬੀਰ ਨਾਮ ਗੁਰੂ ਹੈ ਵੱਡੇ ਦਾ। ਗੁਰਬਾਣੀ ਦੇ ਵਿੱਚ ਕਬੀਰ ਸ਼ਬਦ ਆਇਆ, ਆਕਾ ਕਬੀਰ ਕਰੀਮ ਤੂੰ ਬਿਐ ਪਰਵਤਿਕਾਰ। ਕਬੀਰ ਵੱਡੇ ਨੂੰ ਕਿਹਾ, ਕਬੀਰ ਸਾਹਿਬ ਨੇ ਉਹੀ ਇਸ਼ਾਰਾ ਕੀਤਾ, ਸਮਝਿਆ ਨਹੀਂ ਸਮਝਣ ਵਾਲਾ। ਜਦੋਂ ਕਹਿਣ ਵਾਲੇ ਨੇ ਆਖਿਆ ਨਾ ਵੀ ਕਬੀਰ ਸਾਹਿਬ ਦੇ ਘਰੇ ਲੰਗਰ ਹੈ, ਤੇ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਕਬੀਰ ਹੋਵੇਗਾ ਆਪੇ ਲੰਗਰ ਕਰੇਗਾ। ਕਬੀਰ ਤੋਂ ਭਾਵ ਹੈ ਵੱਡਾ, ਜਿਹੜਾ ਵੱਡਾ ਹੋਵੇਗਾ ਆਪੇ ਲੰਗਰ ਕਰੇਗਾ। ਤੇ ਵੱਡਾ ਪਰਮਾਤਮਾ ਨੂੰ ਆਪ ਸ਼ਾਹੂਕਾਰ ਦਾ ਰੂਪ ਬਣਾ ਕੇ ਕਬੀਰ ਸਾਹਿਬ ਦੇ ਘਰੇ ਆਉਣਾ ਪਿਆ। ਤੇ ਜਿਹੜਾ ਵੀ ਸੰਨਿਆਸੀ ਸਾਧੂ ਆਉਂਦਾ ਹੈ ਨਾ, ਨਾਲੇ ਤੇ ਲੰਗਰ ਮਿਲਦਾ ਪਿਆ, ਨਾਲੇ ਵਸਤਰ ਮਿਲਦੇ ਪਏ, ਨਾਲੇ ਨੰਦ ਘਸਾਈ ਮਿਲਦੀ ਪਈ, ਮਾਇਆ ਮਿਲਦੀ ਪਈ। ਸਾਰੇ ਬੜੇ ਖੁਸ਼ ਹੋ ਕੇ ਤੁਰੇ ਜਾਂਦੇ, ਕਹਿਣ ਲੱਗੇ ਵੀ ਵੱਡੇ ਵੱਡੇ ਘਰਾਂ ਵਿੱਚ ਰੋਟੀ ਖਾਧੀ ਹੈ, ਰਾਜਿਆਂ ਮਹਾਰਾਜਿਆਂ ਦੇ ਨਿਮੰਤਰਣ ਵੀ ਆਏ ਨੇ, ਸੱਦੇ ਵੀ ਆਏ ਨੇ, ਪਰ ਜਿਹੋ ਜਿਹਾ ਭੋਜਨ ਕਬੀਰ ਸਾਹਿਬ ਨੇ ਛਕਾਇਆ ਹੈ, ਮਾਨ ਸਨਮਾਨ ਕੀਤਾ ਹੈ, ਐਸਾ ਮਾਨ ਸਨਮਾਨ ਤੇ ਕਿਸੇ ਨੇ ਨਹੀਂ ਕੀਤਾ। ਜੋ ਲੰਘਦੇ ਹੋਏ ਜਿਹੜੇ ਕਬੀਰ ਸਾਹਿਬ ਨੂੰ ਨਹੀਂ ਜਾਣਦੇ, ਇੱਕ ਦੋ ਸਾਧੂ ਲੰਘੇ ਕਬੀਰ ਜੀ ਦੇ ਕੋਲੋਂ ਤੇ ਕਬੀਰ ਜੀ ਨੂੰ ਦੱਸ ਗਿਆ, ਕਹਿਣ ਲੱਗੇ ਜੀ ਕਬੀਰ ਸਾਹਿਬ ਦੇ ਘਰੇ ਲੰਗਰ ਹੈ, ਤੁਸੀਂ ਜੰਗਲ ਵਿੱਚ ਬੈਠੇ ਹੋ, ਜਾਓ ਜਾ ਕੇ ਉਹਦਾ ਲੰਗਰ ਛਕ ਕੇ, ਬੜਾ ਸੋਹਣਾ ਭੰਡਾਰਾ ਉਹਦੇ ਘਰ ਵਿੱਚ ਬਣਿਆ। ਤੇ ਕਬੀਰ ਸਾਹਿਬ ਜੀ ਜਾਣਦੇ ਵੀ ਕਬੀਰ ਤੇ ਮੈਂ ਹੀ ਹਾਂ, ਮੈਂ ਤੇ ਜੰਗਲ ਵਿੱਚ ਬੈਠਾ। ਤੇ ਫਿਰ ਸਮਝਿਆ ਮੇਰੀ ਥਾਂ ਤੇ ਪਰਮਾਤਮਾ ਬੈਠੇ ਨੇ, ਜਿਹੜੀ ਮੇਰੇ ਥਾਂ ਤੇ ਕਾਰਜ ਕਰਦੇ ਪਏ। ਹਰ ਜੁਗ ਜੁਗ ਭਗਤੇ ਉਪਾਇਆ, ਪੈਜ ਰੱਖਦਾ ਆਇਆ। ਉਹ ਜਿਹੜਾ ਰਾਜਾ ਹੈ ਨਾ ਪਰਮਾਤਮਾ, ਉਹ ਭਗਤਾਂ ਦੀ ਪੈਜ ਰੱਖਦਾ ਹਰ ਵੇਲੇ, ਉਹਨਾਂ ਦੀ ਕਦੇ ਪਿੱਠ ਨਹੀਂ ਲੱਗਣ ਦਿੰਦਾ, ਕਦੇ ਮਾੜਾ ਨਹੀਂ ਬੋਲਦਾ। ਐਸੀ ਕਮਾਈ ਭਗਤ ਕਬੀਰ ਦੀ ਆਉਂਦੀ ਹੈ, ਐਸਾ ਉਹਨਾਂ ਦਾ ਜੀਵਨ। 541 ਸ਼ਬਦ ਇਹ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਏ ਨੇ। ਇਹਦੇ ਤੋਂ ਬਿਨਾਂ ਵੀ ਕਬੀਰ ਸਾਹਿਬ ਦੀ ਬੜੀ ਬਾਣੀ ਹੈ। ਕਬੀਰ ਸਾਹਿਬ ਦੀ ਬਾਣੀ ਬੜੇ ਸ਼ਲੋਕ ਨੇ, ਬੜੇ ਗ੍ਰੰਥ ਲਿਖੇ ਹੋਏ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 541 ਸ਼ਬਦ ਲਿਖੇ ਗਏ, 17 ਰਾਗਾਂ।
15 ਭਗਤਾਂ ਦੀ ਬਾਣੀ ਵਿੱਚੋਂ ਕਬੀਰ ਸਾਹਿਬ ਐਸੇ ਭਗਤ ਨੇ ਜਿਨ੍ਹਾਂ ਦੀ ਬਾਣੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤਾਂ ਕਰਕੇ ਉਹਨਾਂ ਨੂੰ ਕਿਹਾ ਜਾਂਦਾ ਸ਼੍ਰੋਮਣੀ ਭਗਤ। ਤੇ ਕੁਝ ਵਿਦਵਾਨਾਂ ਦੀ ਵਿਚਾਰ ਇਹ ਹੈ ਵੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਦਾਸੀ ਕਰਦੇ ਪਏ ਨਾ, ਦੇਸ਼ ਦਾ ਭ੍ਰਮਣ ਕਰਦੇ ਪਏ ਤੇ ਸਤਿਗੁਰੂ ਕਾਸ਼ੀ ਗਏ ਸਨ ਤੇ ਉਸ ਵੇਲੇ ਕਬੀਰ ਸਾਹਿਬ ਜੀ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਮਿਲੇ, ਮੁਲਾਕਾਤ ਕੀਤੀ, ਬਚਨ ਵਿਲਾਸ ਕੀਤੇ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਪਦੇਸ਼ ਦੇ ਨਾਲ, ਪ੍ਰਕਾਰ ਦੀ ਪੂਜਾ ਦੇ ਨਾਲ ਮਿਲੇ, ਸਰਗੁਣ ਤੋਂ ਨਿਰਗੁਣ ਦੇ ਨਾਲ ਜੁੜ ਗਏ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਵੀ ਇਹਨਾਂ ਦਾ ਮਿਲਾਪ ਹੋਇਆ। ਵਿਦਵਾਨਾਂ ਦੀ ਵਿਚਾਰ ਹੈ ਵੀ ਇਹਨਾਂ ਦਾ ਆਪਸ ਵਿੱਚ ਮਿਲਾਪ ਹੋਇਆ। ਐਸੇ ਭਗਤ ਨੇ ਜਿਨ੍ਹਾਂ ਨੂੰ ਐਸੀ ਪ੍ਰਾਪਤੀ ਹੈ। ਇਹ ਕਬੀਰ ਸਾਹਿਬ ਜੀਆਂ ਦਾ ਜੀਵਨ ਜਿੰਨਾ ਵੀ ਆਪਾਂ ਪੜ੍ਹੀ ਜਾਈਏ, ਜਿੰਨਾ ਵੀ ਆਪਾਂ ਸੁਣੀ ਜਾਈਏ, ਨਾਮ ਦੇ ਵਿੱਚ ਲੱਗਿਆ ਹੋਇਆ। ਤੇ ਗੁਰਮੁਖੋ ਜਦੋਂ ਕੋਈ ਬੰਦਾ ਮਸ਼ਹੂਰ ਹੋ ਜਾਂਦਾ ਹੈ ਨਾ, ਤੇ ਫਿਰ ਸਾਰੇ ਉਹਦੇ ਸੱਜੇ ਖੱਬੇ ਹੋ ਕੇ ਕਹਿੰਦੇ ਵੀ ਇਹ ਮੇਰਾ ਹੀ ਹੈ। ਭਾਵੇਂ ਰਿਸ਼ਤੇਦਾਰੀ ਕੋਈ ਨਾ ਹੋਵੇ, ਫਿਰ ਵੀ ਆਖੀ ਦਾ ਦੂਰ ਗਾਹ ਦੀ ਗਾਹ ਦੀ ਆਖੀ ਦਾ ਵੀ ਇਹ ਸਾਡਾ ਫਲਾਣਾ ਲੱਗਦਾ। ਜਦੋਂ ਕਬੀਰ ਸਾਹਿਬ ਦੀ ਮਸ਼ਹੂਰੀ ਹੋ ਗਈ ਤੇ ਇੱਕ ਬ੍ਰਾਹਮਣ ਆ ਗਿਆ ਚੱਲ ਕੇ, ਕਬੀਰ ਸਾਹਿਬ ਜੀ ਤੁਹਾਡੀ ਬੜੀ ਮਸ਼ਹੂਰੀ ਹੈ, ਲੋਕ ਤੁਹਾਨੂੰ ਬੜਾ ਯਾਦ ਕਰਦੇ, ਮੈਂ ਤੁਹਾਡੇ ਵਾਸਤੇ ਦੇਖੋ ਬੜੀ ਸੋਹਣੀ ਇੱਕ ਮਾਲਾ ਲੈ ਕੇ ਆਇਆ, ਤੁਸੀਂ ਮੇਰੇ ਕੋਲੋਂ ਮਾਲਾ ਲੈ ਲਓ। ਕਬੀਰ ਸਾਹਿਬ ਜੀ ਨੇ ਪੁੱਛਿਆ, ਕਹਿੰਦੇ ਵੀ ਮਾਲਾ ਦਾ ਕੀ ਕਰਾਂਗੇ? ਕਹਿੰਦੇ ਮਾਲਾ ਦਾ ਮਣਕਾ ਫੇਰਿਆ ਕਰੋ, ਨਾਲ ਆਖਿਆ ਕਰੋ ਰਾਮ ਰਾਮ ਰਾਮ। ਮਣਕੇ ਮਾਲਾ ਦੇ ਫਿਰਦੇ ਰਹਿਣਗੇ, ਤੁਹਾਡੇ ਮੂੰਹ ਚੋਂ ਰਾਮ ਨਾਮ ਨਿਕਲਦਾ ਰਹੇਗਾ। ਅਸਲ ਭਾਵ ਇਹ ਹੈ, ਪੰਡਤ ਇਹ ਚਾਹੁੰਦਾ ਹੈ ਵੀ ਇਹ ਮੇਰੇ ਕੋਲੋਂ ਮਾਲਾ ਲੈ ਲਓ। ਰਾਮ ਰਾਮ ਦੇ ਪਹਿਲਾਂ ਹੀ ਜਪਦਾ, ਮੈਂ ਸਾਰੇ ਸ਼ਹਿਰ ਦੇ ਵਿੱਚ ਢੋਲਾ ਪਿੱਟ ਦਿਆਂਗਾ ਵੀ ਜਿਸ ਫਕੀਰ ਨੂੰ ਲੋਕ ਵੱਡਾ ਕਹਿੰਦੇ ਨੇ, ਜਿਹੜਾ ਬੜਾ ਰਾਮ ਰਾਮ ਕਰਦਾ ਹੈ, ਉਹ ਰਾਮ ਰਾਮ ਕਹਿਣ ਵਾਲਾ ਭਗਤ ਕਬੀਰ ਮੇਰਾ ਚੇਲਾ, ਮੇਰੇ ਕੋਲ ਉਹਨੇ ਮਾਲਾ ਲਈ। ਉਹ ਬੰਦਗੀ ਤੇ ਕਬੀਰ ਸਾਹਿਬ ਨੇ ਕਰਨੀ ਹੈ। ਲੋਕ ਕਹਿਣਗੇ ਵੀ ਜੇ ਕਬੀਰ ਦਾ ਵੱਡਾ ਭਗਤ ਹੈ ਤੇ ਜਿਹਨੇ ਮਾਲਾ ਦਿੱਤੀ ਉਹ ਕਿੰਨਾ ਵੱਡਾ ਹੋਵੇਗਾ, ਮੇਰੀ ਨਾਲ ਆਪੇ ਮਸ਼ਹੂਰੀ ਹੋ ਜਾਣੀ ਹੈ। ਲੋਕ ਮੈਨੂੰ ਵੀ ਆ ਕੇ ਮੱਥਾ ਟੇਕਣਗੇ, ਮੈਨੂੰ ਵੀ ਆ ਕੇ ਸਰਕਾਰ ਦੇਣਗੇ ਕਿ ਆ ਪੰਡਤ ਜੀ ਨੇ ਬੜੇ ਗੁਣੀ ਗਿਆਨੀ ਨੇ, ਇਹਨਾਂ ਨੇ ਦੇਖੋ ਕਿੰਨਾ ਵੱਡਾ ਭਗਤ ਪੈਦਾ ਕਰ ਦਿੱਤਾ ਮਾਲਾ ਦੇ। ਪੰਡਤ ਦੇ ਗ੍ਰੰਥ ਪੜ੍ਹਿਆ, ਰਾਜਨੀਤੀ ਪੜ੍ਹਿਆ, ਚਨਾਕਾ ਰਾਜਨੀਤੀ ਪੜ੍ਹਿਆ, ਗ੍ਰੰਥ ਪੜ੍ਹਿਆ ਵੀ ਇਹ ਭਗਤ ਤੇ ਭੁਲਾ ਅਨਪੜ੍ਹ ਇਹਨੂੰ ਕੀ ਪਤਾ ਨੇ ਮਾਲਾ ਮੇਰੇ ਕੋਲ ਪੜ੍ਹਦਾ ਨਹੀਂ ਹੈ ਤੇ ਮੇਰਾ ਕੰਮ ਬਣ ਜਾਣਾ। ਪਰ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ ਹੈ, ਨਾ ਹੋਏ ਮਰੇ ਨਾ ਠਾਗੇ ਚਾਹੇ ਜਿਨ ਕੈ ਰਾਮ ਵਸੈ ਮਨ ਮਨ। ਮਿਲ ਕੇ ਆਖੀਏ, ਨਾ ਹੋਏ ਮਰੇ ਨਾ ਠਾਗੇ ਚਾਹੇ ਜਿਨ ਕੈ ਰਾਮ ਵਸੈ। ਜਿਹਦੇ ਮਨ ਵਿੱਚ ਰਾਮ ਵਸਦਾ ਉਹ ਠਗਿਆ ਨਹੀਂ ਨਾ ਜਾਂਦਾ। ਤੇ ਕਬੀਰ ਸਾਹਿਬ ਜੀ ਕਹਿੰਦੇ ਵੀ ਪੰਡਤ ਜੀ ਮੇਰੇ ਕੋਲ ਤੇ ਮਾਲਾ ਪਹਿਲਾਂ ਹੀ ਕੋਲ ਹੈ, ਮੇਰੇ ਨਾਲ ਜੋ ਮਾਲਾ ਕੀ ਕਰਨੀ। ਪੰਡਤ ਆਰਾਮ ਹੋ ਕੇ ਪੁੱਛਣ ਲੱਗਾ ਵੀ ਕਬੀਰ ਸਾਹਿਬ ਜੀ ਦਿਸਦੀ ਤੇ ਹੈ ਕੋਈ, ਕਿਉਂਕਿ ਉਹਨਾਂ ਦੇ ਆਪਣੇ ਬਚਨ ਨੇ ਨਾ, ਗੱਲ ਸਾਡੇ ਪੈਰ ਧੁੱਪੀਆਂ ਧੁੱਪੀਆਂ ਚਿਹਰੇ ਪਾਇਨ ਤੇਰੇ ਪਾਇਨ ਤੱਕ ਗਲੀ ਦਿਨਾਂ ਜਦ ਪਾਲੀਆਂ ਲੁੱਟੇ ਹੱਥ ਨਿਭਗ, ਉਹ ਹਰ ਕੇ ਸੰਤਮਾ ਆਕੀ ਹੈ ਬਚਨ ਉਹਨਾਂ ਦਾ ਵੀ ਗਲ ਵਿੱਚ ਲੰਬੀਆਂ ਲੰਬੀਆਂ ਮਾਲਾ ਪਾ ਲਈਆਂ, ਧੁੱਪੀਆਂ ਬੰਨ ਲਈਆਂ, ਜਨੇਊ ਲਾ ਲਿਆ, ਬੋਲੀਆਂ ਰੱਖ ਲਈਆਂ, ਉਹ ਹਰ ਕੇ ਸੰਤਨਾ ਆਕੀ ਔਰ ਆਪਣੇ ਸੰਤਨੀ ਮਾਨਾਸ ਕੇ ਠਗ। ਐਸੇ ਸੰਤ ਨਾ ਮੁਕੋ ਪਾਵੇ, ਐਸਾ ਸੰਤ ਮੈਨੂੰ ਚੰਗਾ ਨਹੀਂ ਲੱਗਦਾ ਜਿਹੜਾ ਅੰਦਰੋਂ ਕੁਝ ਹੋ ਰਿਹਾ ਬਾਹਰੋਂ ਕੁਝ ਹੋ ਰਿਹਾ। ਬਾਹਰੋਂ ਤੇ ਵਿਖਾਉਂਦਾ ਦੇਖੋ ਮੈਂ ਝੋਟੀ ਵਧੀ ਹੈ, ਬਾਹਰੋਂ ਵਿਖਾਉਂਦਾ ਵੇਖੋ ਜਨੇਊ ਪਾਇਆ, ਬਾਹਰੋਂ ਵਿਖਾਉਂਦਾ ਵੇਖੋ ਤਿਲਕ ਲਾਇਆ, ਬਾਹਰੋਂ ਵਿਖਾਉਂਦਾ ਵੇਖੋ ਮੈਂ ਗਲ ਵਿੱਚ ਸੂਤ ਪਾਇਆ, ਜਨੇਊ ਪਾਇਆ, ਮੈਂ ਧਾਰਮਿਕ ਹਾਂ। ਬਾਹਰੋਂ ਤੇ ਵਿਖਾਉਂਦਾ ਹੈ ਕਿ ਮੈਂ ਮਾਲਾ ਵੀ ਹੱਥ ਵਿੱਚ ਫੜੀ ਹੈ, ਗਲ ਵਿੱਚ ਵੀ ਪਾਈ ਹੈ, ਪਰ ਅੰਦਰੋਂ ਦੁਨੀਆ ਨੂੰ ਕੱਟਦਾ ਪਿਆ, ਲੁੱਟਦਾ ਪਿਆ। ਐਸੇ ਸੰਤ ਨਾ ਮੁਕੋ ਭਾਵੈ, ਨਾਲਾ ਸਿਓ ਏਕਾਗਰਤਾ। ਨਾਲਾ ਤੋਂ ਭਾਵ ਹੁੰਦਾ ਟਾਹਣੀ। ਮੰਨ ਲਓ ਵੀ ਜੇ ਰੁੱਖ ਦੀ ਟਾਹਣੀ ਦੀ ਲੋੜ ਹੈ ਨਾ, ਆਪਾਂ ਨੂੰ ਇੱਕ ਟਾਹਣੀ ਦੀ ਲੋੜ ਪੈ ਜਾਵੇ ਦਾਤਣ ਵਾਸਤੇ, ਆਪਾਂ ਕੀ ਕਰਾਂਗੇ? ਜਿੰਨੀ ਕੁ ਟਾਹਣੀ ਦੀ ਲੋੜ ਆ ਆਪਾਂ ਉਨੀ ਤੋੜਾਂਗੇ, ਬਾਕੀ ਲੋਕ ਨੂੰ ਆਪਾਂ ਕੁਝ ਨਹੀਂ ਕਵਾਂਗੇ। ਜਿਹੜਾ ਮੂਰਖ ਹੋਵੇਗਾ ਉਹ ਕੀ ਕਰੇਗਾ? ਮੂਰਖ ਦਾ ਕੰਮ ਹੈ ਪਹਿਲਾਂ ਰੋਟੀ ਪੱਟ ਕੇ ਥੱਲੇ ਸੁੱਟੀਏ, ਰੁੱਖ ਪਹਿਲਾਂ ਕੱਟੀਏ ਟਾਹਣੀ ਬਾਅਦ ਤੋੜਾਂਗੇ।
ਲੋੜ ਤੇ ਟਾਣੀ ਦੀ ਹੈ ਗਵਾਲ ਦਾ ਕਹਿਣ ਲੱਗੇ ਦਾਦਾ ਸੋ ਪੇਟਾ ਦੇ ਟਿਕਾਵੇ ਲੋੜ ਤੇ ਟਾਣੀ ਦੀ ਹੁੰਦੀ ਹੈ ਹੋ ਜੇ ਬਜ਼ੁਰਗ ਲੋਕ ਕੁੱਟ ਕੇ ਕਰਦੇ ਬਾਸਨ ਮਾਂ ਚੜਾਵੇ ਉੱਪਰ ਕਾਠੀ ਧੋਏ ਜਲਾਵੇ ਭਾਂਡਾ ਚੰਗੀ ਤਰ੍ਹਾਂ ਨਾਲ ਮਾਂਜਿਆ ਬਾਹਰ ਮਾਂਜਿਆ ਸਵਾਹ ਨਾਲ ਮਾਂਜਿਆ ਰੇਤ ਨਾਲ ਮਾਂਜਿਆ ਚੁੱਲ੍ਹਾ ਪੱਟਿਆ ਭਾਂਡੇ ਨੂੰ ਉੱਪਰ ਰੱਖਿਆ ਨਾਲ ਹੀ ਲੱਕੜਾਂ ਧੋ ਗਈਆਂ ਵੀ ਲੱਕੜਾਂ ਵੱਲ ਗਈਆਂ ਇਹ ਵੀ ਸੁਚੀਆਂ ਕਰ ਰਹੀ ਬਾਸਨ ਮਾਂ ਚੜਾਵੇ ਉੱਪਰ ਕਾਠੀ ਧੋਏ ਜਲਾਵੇ ਫਸਦਾ ਖੋਦ ਕਰੇ ਤੋ ਚੁੱਲ੍ਹੇ ਸਾਰੇ ਮਾਨਸ ਲੱਕੜਾਂ ਤੇ ਧੋਦਾ ਭਾਂਡੇ ਦੇ ਮਾਂਜਦਾ ਪਰ ਅਸਲ ਵਿੱਚ ਜਿਹੜਾ ਪਤੀਲੇ ਵਿੱਚ ਪਾ ਕੇ ਸਮਾਨ ਬਣਾਉਣ ਲੱਗਾ ਨਾ ਰਾਸ਼ਨ ਬਣਾਉਣ ਲੱਗਾ ਇਹ ਗਰੀਬਾਂ ਦਾ ਖੂਨ ਹੈ ਉਹਨਾਂ ਦਾ ਹੱਕ ਹੈ ਉਹਨਾਂ ਦੀ ਲੁੱਟ ਕਰਕੇ ਪਤੀਲੇ ਵਿੱਚ ਪਾਈ ਹੈ ਤੇਰੀਆਂ ਲੱਕੜਾਂ ਧੋਤੀਆਂ ਕੀ ਕਰਨਗੀਆਂ ਤੇਰਾ ਚੁੱਲ੍ਹਾ ਬਣਾਇਆ ਕੀ ਕਰੇਗਾ ਤੇਰਾ ਭਾਂਡਾ ਮਾਂਜਿਆ ਕੀ ਕਰੇਗਾ ਜੇ ਰੱਤ ਲੱਗਿਆ ਕੱਪੜੇ ਜਾਮਾ ਹੋਏ ਪਲੀਤ ਕੱਪੜੇ ਦੇ ਉੱਪਰ ਛਿੱਟ ਪੈ ਜਾਵੇ ਨਾ ਕਿਤੇ ਖੂਨ ਦੇ ਤੇ ਅਸੀਂ ਕੱਪੜਾ ਲਾ ਕੇ ਪਰੇ ਸੁੱਟੀ ਨਾ ਵੀ ਇਹ ਨਹੀਂ ਹੋਣਾ ਕਿ ਕਿਸੇ ਨੂੰ ਦੇ ਦਿਓ ਗਰੀਬ ਨੂੰ ਖੂਨ ਲੱਗ ਗਿਆ ਪਲੀਤ ਗੰਦਾ ਹੋ ਗਿਆ ਜਾਂ ਕੋਈ ਥੋੜਾ ਜਿਹਾ ਸਮਝਦਾਰ ਤੋਂ ਇਹਦਾ ਵੀ ਧੋ ਦਿਓ ਉਹਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਫਿਰ ਪਾਇਆ ਜਾ ਸਕਦਾ ਕੱਪੜੇ ਦੇ ਉੱਪਰ ਖੂਨ ਦੀ ਛਿੱਟ ਡਿੱਗੀ ਹੈ ਇੱਕ ਬੂੰਦ ਡਿੱਗੀ ਹੈ ਕਹਿਣ ਲੱਗਾ ਜਾਮਾ ਹੋਏ ਪਲੀਤ ਮੇਰਾ ਜਾਮਾ ਚੂੜਾ ਪਲੀਤ ਹੋ ਗਿਆ ਗੰਦਾ ਹੋ ਗਿਆ ਮੈਂ ਨਹੀਂ ਪਾਉਣਾ ਲਾ ਦਿੰਦਾ ਸੁੱਟ ਦਿੰਦਾ ਧੋਣ ਵਾਸਤੇ ਕਹਿੰਦਾ ਮਹਾਰਾਜ ਕਹਿਣ ਲੱਗੇ ਜੋ ਰਤ ਪੀਵੇ ਮਾਨਸਾ ਤੇ ਜਿਹੜੀ ਤੂੰ ਬੰਦਿਆਂ ਦੀ ਰਤ ਪੀਣਾ ਦਿਨੇ ਰਾਤ ਤੂੰ ਪੀਤਾ ਗਰੀਬਾਂ ਲੋਕਾਂ ਦਾ ਹੱਥਾਂ ਰਿਸ਼ਵਤ ਲਈ ਹੈ ਠੱਗੀ ਮਾਰੀ ਹੈ ਧੋਖਾ ਕੀਤਾ ਇਹਨ ਕਿਉਂ ਨਿਰਮਲ ਚੀਤ ਤੇਰਾ ਮਨ ਕਿਵੇਂ ਪਵਿੱਤਰ ਹੈ ਕਪੜਾ ਤੇ ਇੱਕ ਛਿੜ ਪੈਣ ਨਾਲ ਗੰਦਾ ਹੋ ਗਿਆ ਤੇਰੇ ਮਨ ਵਿੱਚ ਅੰਦਰ ਤੇ ਤੇਰੇ ਕਈ ਖੂਨ ਚਲੇ ਗਏ ਨਾ ਤੇਰਾ ਮਨ ਕਿਵੇਂ ਪਵਿੱਤਰ ਹੈ ਇਸ ਗੱਲ ਦਾ ਜਵਾਬ ਕਬੀਰ ਸਾਹਿਬ ਜੀ ਕਹਿਣ ਲੱਗੇ ਬਸਦਾ ਖੋਜ ਕਰੇ ਜੋ ਚੂਲੇ ਸਾਰੇ ਮਾਨਸ ਖਾਵੇ ਤੇ ਕਹਿਣ ਲੱਗੇ ਐਸੇ ਸੰਤ ਜਿਹੜੇ ਉਹ ਮੈਨੂੰ ਪਾਉਂਦੇ ਨੇ ਮੈਨੂੰ ਚੰਗੇ ਨਹੀਂ ਲੱਗਦੇ ਕਾਠੀ ਧੋਏ ਜਲਾਵੇ ਬਸਤਾ ਖੋਜ ਕਰੇ ਜੋ ਚੂਲੇ ਸਾਰੇ ਮਾਨਸ ਖਾਵੇ ਆਪਣੇ ਆਪ ਨੂੰ ਕਹਿੰਦਾ ਮੈਂ ਤੇ ਅਪਰਸ ਹਾਂ ਅਪਰਸ ਤੋਂ ਭਾਵ ਹੁੰਦਾ ਮੈਨੂੰ ਹੱਥ ਨਾ ਲਾਇਓ ਮੇਰੇ ਨਾਲ ਨਾ ਲੱਗਿਓ ਮੇਰੇ ਕੱਪੜੇ ਸੁੱਚੇ ਨੇ ਤੁਸੀਂ ਮੇਰੇ ਨਾਲ ਲੱਗੇ ਮੇਰੇ ਕੱਪੜੇ ਝੂਠੇ ਹੋ ਜਾਣਗੇ ਇੱਕ ਅਪਰਸ ਨਾਮ ਦਾ ਇੱਕ ਮਤ ਹੈ ਹਿੰਦੁਸਤਾਨ ਦੇ ਵਿੱਚ ਉਹ ਕਹਿੰਦੇ ਕਿ ਸਾਡੇ ਸਰੀਰ ਨੂੰ ਤੁਸੀਂ ਉਂਗਲੀ ਵੀ ਨਹੀਂ ਲਾ ਸਕਦੇ ਤੁਸੀਂ ਭਾਵੇਂ ਆਪਣੀ ਉਂਗਲ ਨੂੰ ਜਿੰਨਾ ਮਰਜ਼ੀ ਸਾਬਣ ਨਾਲ ਧੋ ਲਵੋ ਰੇਤਾ ਨਾਲ ਮਾਂਜ ਲਵੋ ਤਾਂ ਵੀ ਤੁਸੀਂ ਉਹਨਾਂ ਦੇ ਸਰੀਰ ਨੂੰ ਉਂਗਲ ਨਹੀਂ ਲਾ ਸਕਦੇ ਤੇ ਨਾ ਹੀ ਕੱਪੜੇ ਨੂੰ ਲਾ ਸਕਦੇ ਕਿਤੇ ਕੱਪੜਾ ਸਾਡਾ ਫਿਰ ਪਾਉਣ ਯੋਗ ਨਹੀਂ ਸਾਨੂੰ ਉਸੇ ਵੇਲੇ ਨਹਾਉਣਾ ਪਵੇਗਾ ਆਪਣੇ ਆਪ ਨੂੰ ਤੇ ਕਹਿੰਦਾ ਹੈ ਕਿ ਮੈਂ ਅਪਰਸ ਹਾਂ ਮੈਨੂੰ ਹੱਥ ਨਾ ਲਾਓ ਮੈਂ ਮੈਲਾ ਹੋ ਜਾਵਾਂਗਾ ਤੇ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਹੱਥ ਮਾਰ ਕੇ ਮਰਦਾ ਲੋਕਾਂ ਨੂੰ ਦੁੱਖ ਦਿੰਦਾ ਪਿਆ ਤੇਰਾ ਮਨ ਕਿਵੇਂ ਪਵਿੱਤਰ ਹੈ ਹੁਣ ਉਹ ਪੰਡਤ ਲੈ ਕੇ ਆਇਆ ਮਾਲਾ ਕਬੀਰ ਸਾਹਿਬ ਦੀ ਮਾਲਾ ਲੈ ਲਓ ਨਾਮ ਜਪੋ ਮਨ ਵਿੱਚ ਵਿਚਾਰ ਹੈ ਕਿ ਦੁਨੀਆ ਵਿੱਚ ਰੌਲਾ ਪਾ ਲਿਆ ਕਬੀਰ ਸਾਹਿਬ ਮੇਰਾ ਭਗਤ ਹੈ ਤੇ ਕਬੀਰ ਜੀ ਕਹਿੰਦੇ ਮੇਰੇ ਕੋਲ ਮਾਲਾ ਪਹਿਲਾਂ ਲੋੜ ਨਹੀਂ ਕਹਿਣ ਲੱਗਾ ਕਿਤੇ ਹੈ ਉਹਨਾਂ ਨੇ ਗੁਰਬਾਣੀ ਦੇ ਵਿੱਚ ਸ਼ਲੋਕ ਇੱਕ ਦਰਜ ਕਰਵਾਇਆ ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਜਿਹੜਾ ਮੈਂ ਜ਼ੁਬਾਨ ਦੇ ਨਾਲ ਕਹਿੰਦਾ ਨਾ ਰਾਮ 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 ਮੇਰੀ ਜ਼ੁਬਾਨ ਹੀ ਮੇਰੀ ਮਾਲਾ ਹੈ ਮੈਨੂੰ ਹੱਥ ਵਿੱਚ ਮਾਲਾ ਦੀ ਲੋੜ ਨਹੀਂ ਹੈ ਮਾਲਾ ਪੜ੍ਹਨ ਦੀ ਲੋੜ ਨਹੀਂ ਮਾਲਾ ਪੜ੍ਹਨੀ ਤੇ ਪਹਿਲੀ ਜਿਵੇਂ ਕਲਾਸ ਵਿੱਚ ਬੱਚਾ ਪੜ੍ਹਦਾ ਨਾ ਪਹਿਲੀ ਕੱਚੀ ਵਿੱਚ ਪੜ੍ਹਦਾ ਹੈ ਤੇ ਪਹਿਲੇ ਸਮੇਂ ਵਿੱਚ ਕੀ ਹੁੰਦਾ ਸੀ ਫੱਟੀਆਂ ਦੇ ਉੱਪਰ ਲਗਾਇਆ ਜਾਂਦਾ ਫੱਟੀ ਨੂੰ ਪੋਂਝ ਕੇ ਤੇ ਫਿਰ ਮਾਸਟਰ ਜਿਹੜਾ ਸੀ ਉਹ ਕਰਸਰ ਦੇ ਨਾਲ ਪਹਿਲਾਂ ਕੱਚੇ ਅੱਖਰ ਬੋਲਦਾ ਤੇ ਫਿਰ ਬੱਚੇ ਨੂੰ ਕਿਹਾ ਜਾਂਦਾ ਕਿ ਉਹ ਸਿਆਹੀ ਦੇ ਨਾਲ ਇਹਦੇ ਉੱਪਰ ਬਾਤ ਨੂੰ ਅੱਖਰ ਪਾਉਣਾ ਆਵੇ ਤੇ ਜਦੋਂ ਬੱਚਾ ਫਿਰ ਅੱਖਰ ਪਾਉਣ ਲੱਗ ਪੈਂਦਾ ਫਿਰ ਉਹਨੂੰ ਥੱਲੇ ਕੋਨੇ ਪਾਉਣ ਦੀ ਲੋੜ ਨਹੀਂ ਫਿਰ ਆਪਣੇ ਆਪ ਹੀ ਲਿਖੀ ਜਾਂਦਾ ਭੱਜਾ ਹੀ ਜਾਂਦਾ ਲੈਂਦਾ ਕਿ ਮਾਲਾ ਪੜ੍ਹਨੀ ਮਾਲਾ ਫੇਰਨੀ ਇਹ ਤੇ ਉਹ ਪਹਿਲੀ ਦੇ ਜਵਾਬ ਵਾਲਾ ਕੰਮ ਹੈ ਤੇ ਸਖਲਾਈ ਹੈ ਸ਼ੁਰੂ ਤੋਂ ਤੇ ਕਬੀਰ ਸਾਹਿਬ ਤੇ ਪਹੁੰਚੇ ਮੰਜ਼ਲ ਤੇ ਮਾਲਾ ਦੀ ਕੀ ਲੋੜ ਹੈ ਕਹਿਣ ਲੱਗੇ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਕੋ ਸੋਖ ਜਿਨ੍ਹਾਂ ਨੇ ਜ਼ੁਬਾਨ ਨੂੰ ਮਾਲਾ ਬਣਾਇਆ ਸੋ ਕੋ ਨਾ ਬੋਲਿਆ
ਇਸ ਤਰ੍ਹਾਂ ਭਗਤੀਆਂ ਨੇ ਆਪਣਾ ਜੀਵਨ ਬਤੀਤ ਕੀਤਾ। ਕਈਆਂ ਦੇ ਦੁੱਖ ਵੀ ਦਿੰਦੇ। ਇੱਕ ਵਾਰੀ ਕਿਸੇ ਨੇ ਆ ਕੇ ਕਹਿ ਦਿੱਤਾ, ਕਹਿਣ ਲੱਗੇ ਕਬੀਰ ਜੀ ਤੁਸੀਂ ਕਾਸ਼ੀ ਵਿੱਚ ਤਾਂ ਰਹਿੰਦੇ ਹੋ ਕਿ ਇੱਥੇ ਮਰ ਕੇ ਮੁਕਤੀ ਮਿਲਦੀ ਹੈ। ਇਹਦੇ ਨੇੜੇ ਹੀ ਇੱਕ ਨਗਰ ਮਾਘਾ ਹੈ, ਉੱਥੇ ਮਰ ਜਾਈਏ ਤੇ ਬੰਦਾ ਗਧਾ ਬਣਦਾ, ਮੁਕਤੀ ਨਹੀਂ ਮਿਲਦੀ। ਪੁਰਾਣਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਇੱਕ ਕਥਾ ਲਿਖੀ ਹੈ, ਹਿੰਦੂ ਮਤ ਦੇ ਜਿਹੜੇ ਗ੍ਰੰਥ ਨੇ ਨਾ ਉਹਨਾਂ ਵਿੱਚ ਇਹ ਕਥਾ ਲਿਖੀ ਹੈ। ਜਿਹੜਾ ਕਾਸ਼ੀ ਸ਼ਹਿਰ ਹੈ ਉਹ ਭਗਵਾਨ ਸ਼ਿਵ ਜੀ ਨੇ ਵਸਾਇਆ। ਇਹ ਕਾਸ਼ੀ ਨੂੰ ਵਿਦਿਆ ਦੀ ਕਾਸ਼ੀ ਕਿਹਾ ਜਾਂਦਾ ਕਿ ਉੱਥੇ ਪੜ੍ਹਾਈ ਹੁੰਦੀ ਹੈ, ਵਿਦਿਆ ਪੜ੍ਹਾਈ ਜਾਂਦੀ ਹੈ। ਉਹਨਾਂ ਦਾ ਵਚਨ ਇਹ ਸੀ ਵੀ ਜਿਹੜਾ ਇੱਥੇ ਮਰੇਗਾ ਨਾ ਕਾਸ਼ੀ ਵਿੱਚ ਉਹ ਮੁਕਤ ਹੋ ਜਾਏ। ਹੁਣ ਦੂਰੋਂ ਲੋਕ ਜਾ ਕੇ ਕਾਸ਼ੀ ਵਿੱਚ ਰਹਿਣ ਲੱਗ ਪਏ ਵੀ ਇੱਥੇ ਮਰਾਂਗੇ। ਪਰ ਗੁਰਮੁਖੋ ਇਹ ਥੋੜੀ ਗੱਲ ਹੈ ਵੀ ਆਪਾਂ ਸਾਰੀ ਉਮਰ ਪਾਪ ਕਰਦੇ ਰਹੀਏ ਤੇ ਮੁੜ ਕੇ ਜਾ ਕੇ ਆਖੇ ਵੀ ਮੇਰਾ ਤੇ ਫਲਾਣੇ ਗੁਰੂ ਘਰ ਜਾ ਕੇ ਜਾਨ ਨਿਕਲੀ, ਮੈਂ ਤੇ ਮੁਕਤ ਹੋ ਗਿਆ। ਇਸ ਤਰ੍ਹਾਂ ਤੇ ਸਾਰੀ ਦੁਨੀਆ ਕਰਨ ਵੇਲੇ ਜਾ ਕੇ ਗੁਰਦੁਆਰੇ ਮੈਂ ਜਾ ਲਵੇ, ਸਾਰੀ ਉਮਰ ਪਾਪ ਕਰਦਾ ਰਹੇ, ਮਰਨ ਵੇਲੇ ਚਲੇ ਜਾਵੇ ਵੀ ਹੁਣ ਤੇ ਮੈਂ ਮੁਕਤ ਹੋਣਾ। ਇਹਦਾ ਨਹੀਂ ਮੁਕਤੀ ਹੁੰਦੀ। ਹੁਣ ਜੇ ਭਗਵਾਨ ਨੇ ਆਖਿਆ ਕਿ ਕਾਸ਼ੀ ਵਿੱਚ ਜਿਹੜਾ ਮਰੇਗਾ ਉਹ ਮੁਕਤ ਹੋਵੇਗਾ, ਭਾਵ ਇਹ ਹੈ ਕਿ ਇੱਥੇ ਰਹਿ ਕੇ ਚੰਗੇ ਕੰਮ ਕਰੇ, ਜੇ ਪਾਪ ਕਰੇਗਾ ਫਿਰ ਥੋੜੀ ਹੋਵੇਗਾ। ਹੁਣ ਕਾਸ਼ੀ ਸ਼ਹਿਰ ਬੜਾ ਵੱਡਾ ਵਸ ਗਿਆ। ਇਹਦੇ ਜਦੋਂ ਵਿਆਸ ਜੀ ਆ ਗਿਆ, ਕਹਿਣ ਲੱਗੇ ਵਿਆਸ ਜੀ ਦੇ ਨਾਲ ਨਾ 60,000 ਚੇਲੇ ਵਿਦਿਆ ਪੜ੍ਹਨ ਵਾਲੇ, ਜਿਹੜੇ 4 ਵੇਦ ਨੇ ਨਾ, ਵੇਦ ਵਿਆਸ ਨੇ ਲਿਖੇ ਨੇ, ਬੜਾ ਵੱਡਾ ਵਿਦਵਾਨ ਸੀ। ਉਹ ਆਪਣੇ ਚੇਲੇ ਲੈ ਕੇ ਆ ਗਏ। ਕਾਸ਼ੀ ਵਾਲਿਆਂ ਨੇ ਪਾਣੀ ਤੱਕ ਨਹੀਂ ਪਿਲਾਇਆ। ਜਿਹੜੇ ਕਹਿੰਦੇ ਨਾ ਵੀ ਇੱਥੇ ਮਰ ਕੇ ਮੁਕਤੀ ਮਿਲਦੀ ਹੈ, ਹੰਕਾਰ ਹੀ ਇੰਨਾ ਆ ਗਿਆ, ਪਾਣੀ ਤੱਕ ਨਹੀਂ ਪੁੱਛਿਆ। ਕੋਈ ਸਾਧੂ ਆਇਆ, ਵਿਦਿਆਰਥੀ ਆਏ ਨੇ, ਅਸੀਂ ਪਾਣੀ ਤੱਕ ਪੁੱਛ ਲਈਏ। ਬੜਾ ਨਿਰਾਸ਼ ਹੋ ਕੇ ਚਲਾ ਗਿਆ। ਚੇਲਿਆਂ ਨੇ ਆਖਿਆ ਕਿ ਇੱਥੋਂ ਦੇ ਲੋਕ ਹੰਕਾਰੀ ਨੇ, ਕਿਉਂਕਿ ਉਹ ਮਰ ਮਿਲਿਆ ਕਿ ਜਿਹੜਾ ਇੱਥੇ ਮਰੇਗਾ ਮੁਕਤ ਹੋਵੇਗਾ। ਵਿਆਸ ਜੀ ਕਹਿਣ ਲੱਗੇ ਮੈਂ ਕਾਸ਼ੀ ਦੇ ਉਲਟ ਦੂਸਰੇ ਪਾਸੇ ਇੱਕ ਨਗਰ ਵਸਾਵਾਂਗਾ, ਨਾਮ ਰੱਖਿਆ ਮਗਹਰ ਦੀ ਧਰਤੀ। ਤੇ ਭਜਨ ਕੀਤਾ, ਕਹਿਣ ਲੱਗਾ ਮੇਰੀ ਤਪੱਸਿਆ ਇੰਨੀ ਹੈ, ਮੇਰੀ ਬੰਦਗੀ ਇੰਨੀ ਹੈ। ਭਗਵਾਨ ਵਿਸ਼ਨੂੰ, ਭਗਵਾਨ ਸ਼ਿਵ ਜੀ ਤੇ ਕਹਿੰਦੇ ਵੀ ਜਿਹੜਾ ਇੱਥੇ ਮਰੇਗਾ ਮੁਕਤ ਹੋਵੇਗਾ। ਮੈਂ ਇਹ ਗੱਲ ਕਹਿੰਦਾ ਹਾਂ ਵੀ ਜਿਹੜਾ ਮੇਰੇ ਮਗਹਰ ਦੇ ਵਿੱਚੋਂ ਦੀ ਲੰਘ ਵੀ ਗਿਆ ਨਾ ਗਲੀ ਦੇ ਵਿੱਚੋਂ, ਮੁਕਤ ਹੋ ਜਾਏ। ਇੱਕ ਬੰਦਾ ਦੀ ਸਾਰੀ ਉਮਰ ਉਡੀਕਦਾ ਰਹੇਗਾ ਨਾ ਕਦੋਂ ਮੌਤ ਆਉਣੀ ਤੇ ਕਦੋਂ ਮੁਕਤ ਹੋਣਾ। ਉਹਨੇ ਬਾਰੇ ਦਿੱਤਾ ਕਿ ਜਿਹੜਾ ਲੰਘ ਵੀ ਗਿਆ ਨਾ, ਜੇ ਪੰਛੀ ਵੀ ਉੱਤੋਂ ਲੰਘ ਗਿਆ ਉਹਦੇ ਕਿਤੋਂ ਵੀ ਮੁਕਤ ਹੋਵੇਗਾ, ਬੰਦਾ ਲੰਘ ਗਿਆ ਤੇ ਮੁਕਤ ਹੋਵੇਗਾ। ਲੋਕਾਂ ਨੂੰ ਚਾਹੀਦਾ ਲਾਭ, ਜਿੱਥੋਂ ਜ਼ਿਆਦਾ ਲਾਭ ਦੇ ਲੋਕ ਉਧਰ ਨੂੰ ਹੋ ਜਾਂਦੇ। ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਆ ਨਾਲ ਦੇ ਸ਼ਹਿਰ ਵਿੱਚ ਲੰਘ ਕੇ ਮੁਕਤੀ ਮਿਲ ਜਾਂਦੀ ਹੈ ਤੇ ਸਾਰੇ ਲੋਕ ਉੱਥੇ ਜਾਣ ਲੱਗ ਪਏ। ਭਗਵਾਨ ਸ਼ਿਵ ਜੀ ਨੂੰ ਫਿਕਰ ਪੈ ਗਿਆ, ਮੇਰੀ ਤੇ ਨਗਰੀ ਉਜੜਦੀ ਪਈ ਹੈ, ਇਹ ਵਿਆਸ ਦਾ ਨਗਰ ਵਸਦਾ ਪਿਆ ਬਹੁਤ ਜ਼ਿਆਦਾ। ਜਦੋਂ ਚਿੰਤਾ ਪਈ ਤਾਂ ਉਸ ਵੇਲੇ ਵਿਵੇਕ ਜੀ ਨੇ ਪੁੱਛਿਆ, ਕਹਿਣ ਲੱਗੇ ਪਿਤਾ ਜੀ ਚਿੰਤਾ ਕਿਸ ਗੱਲ ਦੀ, ਫਿਕਰ ਕਿਉਂ ਹੈ? ਕਹਿੰਦੇ ਫਿਕਰ ਇਸ ਗੱਲ ਦਾ ਪੁੱਤਰ, ਜਿਹੜਾ ਸ਼ਹਿਰ ਮੈਂ ਵਸਾਇਆ ਉੱਥੋਂ ਦੇ ਲੋਕ ਉੱਠ ਕੇ ਤੇ ਵਿਆਸ ਜੀ ਦੇ ਸ਼ਹਿਰ ਵਿੱਚ ਤੁਰੇ ਜਾਂਦੇ। ਕਹਿਣ ਲੱਗੇ ਫਿਕਰ ਨਾ ਕਰੋ, ਇਹਦਾ ਹੱਲ ਮੈਂ ਕਰ ਦਿੰਦਾ। ਵਿਦਿਆਰਥੀ ਬਣ ਕੇ ਆ ਗਿਆ। ਵਿਆਸ ਜੀ ਦੇ 60,000 ਵਿਦਿਆਰਥੀਆਂ ਵਿੱਚ ਆਪ ਵੀ ਅੜ ਗਏ ਆ ਗਏ। ਇੱਕ ਦਿਨ ਕਿਤੇ ਪੁੱਛ ਹੀ ਲਿਆ ਆਪਣੇ ਗੁਰੂ ਨੂੰ, ਕਹਿਣ ਲੱਗੇ ਵਿਆਸ ਜੀ ਤੁਸੀਂ ਆਖਿਆ ਕਿ ਜਿਹੜਾ ਇੱਥੇ ਮਰੇਗਾ ਉਹਨੂੰ ਕੀ ਮਿਲੇਗਾ? ਵਿਆਸ ਜੀ ਕਹਿਣ ਲੱਗੇ ਉਹ ਸਵਰਗਾਂ ਨੂੰ ਜਾਏਗਾ, ਉਹ ਮੁਕਤ ਹੋ ਜਾਏਗਾ। ਦੂਜੀ ਵਾਰੀ ਫਿਰ ਪੁੱਛ ਲਿਆ, ਕਹਿਣ ਲੱਗੇ ਮੈਨੂੰ ਸੁਣਿਆ ਨਹੀਂ ਤੁਸੀਂ ਕੀ ਆਖਿਆ, ਜਿਹੜਾ ਇੱਥੇ ਮਰੇਗਾ ਮਗਹਰ ਦੇ ਵਿੱਚ ਉਹ ਕੀ ਬਣੇਗਾ? ਕਹਿਣ ਲੱਗੇ ਬਣੇਗਾ ਕਿ ਉਹ ਮੁਕਤ ਹੋਵੇਗਾ ਤੇ ਸਵਰਗਾਂ ਨੂੰ ਜਾਏਗਾ। ਬੱਚਿਆਂ ਦਾ ਸੁਭਾਅ ਨਾਲ ਇੱਕ ਗੱਲ ਨੂੰ ਵਾਰ-ਵਾਰ ਪੁੱਛੀ ਜਾਣਾ, ਮਾਂ-ਬਾਪ ਵੀ ਕਈ ਵਾਰੀ ਤੰਗ ਹੋ ਜਾਂਦੇ ਵੀ ਚੁੱਪ ਕਰ ਜਾ ਕਿਉਂ ਇਹ ਗੱਲ ਨੂੰ ਬੋਲੀ ਜਾਂਦਾ। ਹੁਣ ਗਣੇਸ਼ ਬੱਚਾ ਬਣਿਆ, ਉਹ ਵਾਰ-ਵਾਰ ਇੱਕੋ ਗੱਲ ਹੀ ਪੁੱਛੀ ਗਿਆ, ਜਿਹੜਾ ਇੱਥੇ ਮਰੇਗਾ ਉਹ ਕੀ ਬਣੇਗਾ? ਕਿ ਉਹ ਵਾਰ-ਵਾਰ ਜਵਾਬ ਇਹ ਦਿੰਦੇ, ਕਹਿੰਦੇ ਜਿਹੜਾ ਇੱਥੇ ਮਰੇਗਾ ਉਹ ਸਵਰਗਾਂ ਨੂੰ ਜਾਏਗਾ, ਉਹ ਮੁਕਤ ਹੋਵੇਗਾ। ਆਖਰਕਾਰ ਉਹ ਥੱਕ ਗਏ ਜਵਾਬ ਦੇ ਕੇ। ਜਦੋਂ ਵਾਰ-ਵਾਰ ਪੁੱਛਿਆ ਤੇ ਉਹਨਾਂ ਗੁੱਸੇ ਵਿੱਚ ਆ ਕੇ ਆਖਿਆ, ਕਹਿਣ ਲੱਗੇ ਜਿਹੜਾ ਮਗਹਰ ਵਿੱਚ ਮਰੇਗਾ ਉਹ ਗਧਾ ਬਣੇਗਾ, ਗਧਾ ਬਣੇਗਾ। ਨਾਲ ਹੀ ਗਣੇਸ਼ ਨੇ ਕਹਿ ਦਿੱਤਾ ਤਥਾ ਇਸੇ ਤਰ੍ਹਾਂ ਹੀ ਹੋਵੇਗਾ।
ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਮਾਘਰ ਵਿੱਚ ਮਰੇਗਾ ਉਹ ਤੇ ਖੋਤਾ ਬਣੇਗਾ ਤੇ ਢੇਗਾ। ਉਹੀ ਗੱਲ ਕਿਸੇ ਨੇ ਕਬੀਰ ਸਾਹਿਬ ਨੂੰ ਦੱਸੀ, ਕਬੀਰ ਸਾਹਿਬ ਜੀ ਤੁਸੀਂ ਕਾਸ਼ੀ ਵਿੱਚ ਰਹਿੰਦੇ ਹੋ ਤਾਂ ਰਹਿੰਦੇ ਹੋ ਕਿਉਂਕਿ ਇੱਥੇ ਮੁਕਤੀ ਮਿਲਦੀ ਹੈ, ਨਾਲ ਹੀ ਆਪਣੇ ਨਗਰ ਉੱਥੇ ਤੇ ਬੰਦਾ ਖੜਾ ਬਣਦਾ ਫਰਕ ਚੁੱਕਿਆ ਸਮਾਨ ਆਪਣਾ ਕਹਿ ਲੱਗਿਆ ਆਪਾਂ ਦੇ ਮਾਘਰ ਚੱਲੇ। ਕਾਸ਼ੀ ਛੱਡ ਕੇ ਮਾਘਰ ਦੀ ਧਰਤੀ ਤੇ ਚਲੇ ਗਏ। ਮਹਾਰਾਜ ਜੀਆਂ ਦਾ ਬਚਨ ਹੈ ਨਾ, ਭਗਤਾਂ ਤੇ ਸਹਿ ਸਾਰੀਆਂ ਜੋੜ ਕਰੇ ਨਾ ਆਏ। ਰੱਬ ਦੇ ਭਗਤਾਂ ਕੀ ਚਾਲ ਨਿਰਾਲੀ, ਰੱਬ ਦੇ ਭਗਤ ਨਿਰਾਲੇ ਵੱਖਰੇ। ਅਸੀਂ ਪੈਦਾ ਨੁਕਸਾਨ ਸੁਣਦੇ ਉਹ ਦੂਜੇ ਪਾਸੇ ਨੂੰ ਚੱਲਦੇ। ਮਾਘਰ ਚਲੇ ਗਏ ਤੇ ਕਹਿਣ ਲੱਗੇ ਕਾਸ਼ੀ ਮਾਘਰ ਸਮ ਵਿਚਾਰੀ, ओछी भगत कैसे उतरस पारी। ओछी तो भाव खादी, ये तो भगती तो खादी है। तो बंदिया ये जवाब दे, तू भावे काशी विच मर, भावे मसीत विच मर, भावे चर्च विच मर जा, ते भावे किसी होर धार्मिक स्थान ते मर जे, तेरे कोल भगती नहीं ते खाली रहेगा, मुक्त कदे नहीं होवे। ते जे तेरे कोल नाम दी कमाई है, फिर भावे तू मंजे ते सुता होवे, भावे धरती ते पिया होवे, भावे शमशान घाट विच ही क्यों ना पिया होवे, फिर तू नाम जपिया ते तू मुक्त है। ये वचन उन्होंने अपने मुक्त वास्ते। ते कबीर साहब जी ने अपना जिहड़ा शरीर है ना गुरमुख, वो छड्डिया भी माघर दी धरती ते रहे सारी उम्र काशी विच ने। पर जदों शरीर छड्डण दी वारी आई, कहण लगे असीं ते ये पता गलत कर देंगे। ਜਿਹੜੇ ਲੋਕ ਆਖਦੇ ਨੇ ਕਾਸ਼ੀ ਵਿੱਚ ਮਰ ਕੇ ਮੁਕਤੀ ਮਿਲਦੀ ਹੈ, ਨਹੀਂ ਮਿਲਦੀ ਹੈ ਜਿੰਨਾ ਚਿਰ ਨਾਮ ਨਹੀਂ ਜਪਿਆ। ਜਿਹੜੇ ਲੋਕ ਆਖਦੇ ਮਾਘਰ ਦੇ ਵਿੱਚ ਮਰ ਕੇ ਗਧੇ ਬਣੀਦਾ ਹੈ, ਅਸੀਂ ਇਹ ਵੀ ਗੱਲ ਨੂੰ ਗਲਤ ਸਾਬਤ ਕਰ ਦਿਆਂਗੇ। ਸਰੀਰ ਤੇ ਅਸੀਂ ਕਾਸ਼ੀ ਵਿੱਚ ਨਹੀਂ ਮਾਘਰ ਵਿੱਚ ਛੱਡਾਂਗੇ, ਪਰ ਮਾਘਰ ਵਿੱਚ ਸਰੀਰ ਛੱਡ ਕੇ ਬਾਹਰ ਹਮ ਕਾਹੇ ਆਵੇਂਗੇ। ਆਵਨ ਜਾਣਾ ਹੁਕਮ ਦਿਸੈ ਕਾ, ਹੁਕਮੈ ਬੁਝ ਸਮਾਵੇਂਗੇ। ਸਰੀਰ ਤੇ ਛੱਡਾਂਗੇ ਮਾਘਰ ਦੀ ਧਰਤੀ ਤੇ, ਪਰ ਦੁਬਾਰਾ ਨਾ ਜਨਮਾਂ ਵਿੱਚ ਆਉਣਾ ਤੇ ਨਾ ਸਾਨੂੰ ਕੋਈ ਗਧਾ ਬਣਾ ਸਕਦਾ। ਰਾਮ ਕਬੀਰਾ ਏਕ ਭੈ ਹੈ, ਕੋਏ ਨ ਸਕੈ। ਹੁਣ ਤੇ ਅਸੀਂ ਰਾਮ ਦਾ ਰੂਪ ਹੀ ਹੋ ਗਏ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਰਲੀ संपूर्ण थिया। ऐसा जीवन है भगत कबीर जी का। इन्हां दे घर विच एक पुत्र होया, नाम है कमला, कमाला नाम है भाई कमाला जी। एक पुत्री हुई, नाम है बीबी कुमाली। दो बच्चे सन, पर आप रब की बंदगी करदियां सारी उम्र बतीत कर दी। बंदगी करदियां अपना जीवन बतीत किया। 541 शब्द गुरु ग्रंथ साहिब ਦੇ ਵਿੱਚ 17 ਰਾਗਾਂ ਵਿੱਚ ਦਰਜ ਕਰਵਾਏ। ਸ਼੍ਰੋਮਣੀ ਭਗਤ ਦਾ ਖਿਤਾਬ ਪਦਵੀ ਜਿਹੜੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਕਬੀਰ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਬੜੀ ਲੰਬੀ ਉਮਰਾਂ ਦੇ ਮਾਲਕ, ਬੜੀ ਲੰਬੀ ਉਮਰਾਂ ਬਤੀਤ ਕਰਕੇ ਸੰਸਾਰ ਤੋਂ ਗਏ। ਜ਼ਮਾਨਾ ਦਾ ਕਰਨਾ ਵੀ 1398 ਦੇ ਵਿੱਚ ਉਹ ਦੁਨੀਆ ਦੇ ਵਿੱਚ ਆਏ ਤੇ 1518 ਦੇ ਵਿੱਚ दुनिया के विचों गए। तकरीबन 120 साल की उम्र का जिक्र है। वख-वख विद्वानां की विचार वो वक्री है, क्योंकि जदों व्यक्ति मशहूर होंदा उसकी जीवनी उसका इतिहास बाद में लिखा जाता, पहला जिहड़ा है वो पता नहीं होता। इस करके किसी के कोई 2 साल वध ने, किसी के घट ने। इन्नी उम्र के वो भगत जी मालक सन। इन्नी बाणी उन्होंने गुरु ग्रंथ साहिब में दर्ज करवाई है। गुरु कृपा करे भगतां दा जीवन साडे हृदय वसे, ताकि असीं कमाई करके सबले हो जाइए। बुनना तनना त्याग के प्रीत चरण कबीरा, नीच कुला जो धारा भयो गुणी गहीरा। गुणा का खजाना ऐसा है भगत कबीर साहब जी का जीवन। गुरु कृपा करे उपदेश हृदय बसे साडा भला हो। देखा है कथा है न छुट्टी है, क्षणहार बख्श लै। वाहिगुरु जी का खालसा। आप संतां दे चरनां विच बेनती है
ਲੰਗਰ ਪ੍ਰਸ਼ਾਦੇ ਚੱਲ ਰਹੇ ਹਨ, ਸਾਰੀ